ਹਰੇਕ ਆਗੂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਕੇਂਦਰੀ ਲੀਡਰਸ਼ਿਪ ਹੋਵੇ ਬੀਜੇਪੀ ਦੀ, ਸਭ ਨੇ ਜਿਹੜਾ ਉਹ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਹੈਗਾ। ਇੱਥੇ ਇੱਕ ਇਹ ਵੀ ਹੈ ਕਿ ਹਾਰਟ ਫੇਲ ਔਰ ਹਾਰਟ ਅਟੈਕ ਦੇ ਵਿੱਚ ਵੀ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ। ਇੱਕ ਸਿੰਗਰ ਕੇ ਹੈਗੇ ਨੇ, ਉਹ ਰੋਮਾਂਟਿਕ ਸੌਂਗਸ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਸੀਗੇ। ਜਦੋਂ ਆਪਾਂ ਸਡਨ ਡੈਥ ਕਹਿ ਦਿੰਦੇ ਹਾਂ ਜੀ, ਕਾਰਡੀਅਕ ਅਰੈਸਟ ਹੋ ਗਿਆ, ਤਾਂ ਉਹ ਚੀਜ਼ ਹੁੰਦੀ ਹੈਗੀ ਆ। ਸੋ ਠੰਡ ਦਾ ਮੌਸਮ ਹੈ ਔਰ ਅਗਰ ਕਿਸੇ ਨੂੰ ਇਸ ਕਿਸਮ ਦੀ ਪ੍ਰੋਬਲਮ ਹੈ ਤਾਂ ਉਹ ਆਪਣਾ ਧਿਆਨ ਜ਼ਰੂਰ ਰੱਖੋ। ਇਹੀ ਜ਼ਰੂਰ ਹੋਣਾ। ਜਿੰਨੀ ਜ਼ਿਆਦਾ ਠੰਡ ਹੈ ਉਨੀ ਹੀ ਕਾਂਗਰਸ ਵੱਲੋਂ ਸਿਆਸਤ ਦੇ ਵਿੱਚ ਵੀ ਗਰਮਾਹਟ ਹੈ ਜਿਹੜੀ ਉਹ ਵੱਧ ਵੇਖਣ ਨੂੰ ਮਿਲ ਰਹੀ ਹੈ। ਤੇ ਉਹਨਾਂ ਨੂੰ ਸੇਧ ਦਿਓ ਤਾਂ ਕਿ ਇੱਥੇ ਆ ਕੇ ਪਹਿਲਾਂ ਪੰਜਾਬ ਦਾ ਪ੍ਰਵਾਸ ਹੋ ਕੇ ਉਸ ਤੋਂ ਬਾਅਦ ਪੰਜਾਬੀ ਵਾਪਸ ਆਉਣ, ਜਿਹੜੇ ਧੜਾ ਬਾਹਰ ਨੂੰ ਜਾ ਰਿਹਾ ਕੰਟਰ ਜਾ ਕੇ, ਉਹ ਤੋਂ ਬਾਅਦ ਫਿਰ ਗੋਰਿਆਂ ਨੇ ਆਪੇ ਇੱਥੇ ਨੌਕਰੀ ਕਰਨਾ ਕਰਨਾ ਜਦੋਂ ਉਹਨੇ ਚਿਹੜੂਆਈ ਸੋਸਾਇਟੀ ਕੋਲ ਲੰਘਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ, ਸਿੱਧਾ ਰਾਬਤਾ ਬਣਾਉਣਾ ਜੀ ਚੰਡੀਗੜ੍ਹ ਸਟੂਡੀਓ ਦੇ ਵਿੱਚ। ਪਹਿਲਾ ਨੰਬਰ ਹੈਗਾ 8893232656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ ਡਾਇਰੈਕਟ ਇਸ ਨੰਬਰ ਤੇ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਦੂਜਾ ਨੰਬਰ ਹੈਗਾ, ਉਹ ਹੈਗਾ ਜੀ 8872 88 ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੀ ਵੱਡੀ ਖਬਰ ਹੁੰਦੀ ਹੈ, ਡਾਇਰੈਕਟ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਸ਼ੁਕਰੀਆ ਬਹੁਤ ਤੁਹਾਡਾ, ਤੇ ਤਮਾਮ ਦਰਸ਼ਕਾਂ ਦਾ ਵੀ ਸਾਡਿਆਂ ਦਾ ਬਹੁਤ ਸਵਾਗਤ ਹੈ। ਅਕਸਰ ਗੱਲਾਂ ਬਾਤਾਂ ਰੱਖਦੇ ਨੇ, ਆਪਣੀਆਂ ਕੀਮਤੀ ਰਾਏ ਰੱਖਦੇ ਨੇ ਖਬਰਾਂ ਦੇ ਉੱਪਰ। ਅੱਜ ਵੀ ਅਹਿਮ ਖਬਰਾਂ ਪੰਜਾਬ ਦੀਆਂ ਲਵਾਂਗੇ ਤੇ ਰਾਏ ਜਿਹੜੀ ਆ ਜ਼ਰੂਰ ਰੱਖਣ ਉਹਨਾਂ ਖਬਰਾਂ ਦੇ ਉੱਪਰ। ਜੀ ਬਿਲਕੁਲ। ਤਾਂ ਲਗਾਤਾਰ ਤੁਸੀਂ ਸਾਨੂੰ ਟੈਲੀਵਿਜ਼ਨ ਦੇ ਜ਼ਰੀਏ ਤੇ ਫੇਸਬੁੱਕ ਦੇ ਜ਼ਰੀਏ ਲਾਈਵ ਦੇਖ ਰਹੇ ਹੋ। ਤਾਂ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਕਿ ਲੋਹੜੀ ਦਾ ਤਿਉਹਾਰ ਲੰਘ ਕੇ ਗਿਆ ਤੇ ਮਾਘੀ ਦਾ ਜਿਹੜਾ ਦਿਹਾੜਾ ਉਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅੱਜ ਵੀ ਜਿਹੜਾ ਮਨਾਇਆ ਜਾ ਰਿਹਾ ਹੈ। ਗੁਰੂ ਘਰਾਂ ਦੇ ਵਿੱਚ ਵੱਖੋ ਵੱਖਰੀ ਥਾਵੇਂ ਸਮਾਗਮ ਉਲੀਕੇ ਗਏ ਨੇ। ਸੋ ਲੋਹੜੀ ਦੀਆਂ ਤੇ ਮਾਘੀ ਦੀਆਂ ਸਾਰਿਆਂ ਨੂੰ ਬਹੁਤ ਵਧਾਈਆਂ ਸੀ। ਬਲਦੀਪ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਬਿਲਕੁਲ, ਲੋਹੜੀ ਦਾ ਤਿਉਹਾਰ ਲੰਘ ਕੇ ਗਿਆ ਜੀ। ਨਵਾਂ ਸਾਲ ਵੀ ਦੀ ਸ਼ੁਰੂਆਤ ਹੋਈ ਹੈ ਤੇ ਉਸ ਤੋਂ ਬਾਅਦ ਪਹਿਲਾ ਤਿਉਹਾਰ ਜਿਹੜਾ ਉਹ ਆਪਾਂ ਲੋਹੜੀ ਦਾ ਕਹਿ ਲਓ ਵੀ ਮਨਾਉਂਦੇ ਆ। ਤੇ ਲੋਹੜੀ ਦਾ ਤਿਉਹਾਰ ਲੰਘ ਕੇ ਗਿਆ, ਨਾਲ ਦੀ ਨਾਲ ਹੁਣ ਮਾਘੀ ਦੇ ਮੇਲੇ ਦੀ ਸ਼ੁਰੂਆਤ ਵੀ ਹੋ ਗਈ ਹੈ। ਤੇ ਮਾਘੀ ਦੇ ਮੇਲੇ 'ਚ ਸਿਆਸੀ ਕਾਨਫਰੰਸਾਂ ਦੀ ਸ਼ੁਰੂਆਤ ਵੀ ਹੋ ਗਈ ਹੈ। ਇੱਕ ਦੂਜੇ ਦੇ ਉੱਪਰ ਇਲਜ਼ਾਮਬਾਜ਼ੀ, ਬਿਆਨਬਾਜ਼ੀ ਦੀ ਸ਼ੁਰੂਆਤ ਵੀ ਹੋ ਗਈ ਹੈ। ਸੋ ਦਰਸ਼ਕ ਸਾਡੇ ਨੇ ਉਹ ਲੋਹੜੀ ਦਾ ਤਿਉਹਾਰ ਵਿਦੇਸ਼ਾਂ 'ਚ ਵੀ ਮਨਾਇਆ ਹੋਏਗਾ ਤੇ ਭਾਰਤ 'ਚ ਵੀ ਮਨਾਇਆ ਹੈਗਾ। ਔਰ ਹੁਣ ਮਾਘੀ ਦਾ ਮੇਲਾ ਤੇ ਸਿਆਸੀ ਬਿਆਨਬਾਜ਼ੀਆਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਦਾ ਵੀ ਜ਼ਿਕਰ ਆਪਾਂ ਅੱਜ ਇਸ ਸ਼ੋਅ ਦੇ ਵਿੱਚ ਜ਼ਰੂਰ ਜਿਹੜਾ ਉਹ ਕਰਾਂਗੇ। ਜੀ ਬਿਲਕੁਲ। ਤੇ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਪੰਜਾਬ ਤੋਂ ਦੂਰ 7 ਸਮੁੰਦਰ ਪਾਰ ਜਦੋਂ ਪੰਜਾਬੀ ਜਾ ਕੇ ਵਸ ਜਾਂਦੇ ਨੇ, ਪੰਜਾਬ ਵਾਲੇ ਭਾਵੇਂ ਉਹਨਾਂ ਮੇਲਿਆਂ ਨੂੰ ਭੁੱਲ ਜਾਣ, ਉਹਨਾਂ ਤਿਉਹਾਰਾਂ ਨੂੰ ਭੁੱਲ ਜਾਣ, ਕਿਤੇ ਨਾ ਕਿਤੇ ਕੁਝ ਹੋਰ ਕਰਨ ਲੱਗ ਜਾਣ, ਪਰ ਜਿਹੜੇ 7 ਸਮੁੰਦਰ ਪਾਰ ਸਾਡੇ ਪੰਜਾਬੀ ਬੈਠੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਨੌਜਵਾਨ ਵਰਗ, ਸਾਡੇ ਬੱਚੇ ਸਾਡੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ। ਇਸ ਲਈ ਉਹ ਚਾਹੁੰਦੇ ਹੁੰਦੇ ਨੇ ਕਿ ਸਾਰੇ ਤਿਉਹਾਰਾਂ ਨੂੰ ਪ੍ਰੋਪਰ ਢੰਗ ਦੇ ਨਾਲ ਵਿਦੇਸ਼ੀ ਧਰਤੀ 'ਤੇ ਮਨਾਇਆ ਜਾਵੇ। ਸੋ ਲੋਹੜੀ ਦਾ ਤਿਉਹਾਰ ਕਿਸ ਤਰੀਕੇ ਦੇ ਨਾਲ ਮਨਾਇਆ ਜਾਂ ਫਿਰ ਮਾਘੀ ਦਾ ਤਿਉਹਾਰ ਕਿਸ ਤਰੀਕੇ ਦੇ ਨਾਲ ਮਨਾ ਰਹੇ ਹੋ, ਤੁਸੀਂ ਸਾਨੂੰ ਕਾਲ ਕਰਕੇ ਜ਼ਰੂਰ ਦੱਸਣਾ। ਤੇ ਇਸ ਦੇ ਨਾਲ ਹੀ ਆਪਾਂ ਬਾਕੀ ਜਿਹੜੀਆਂ ਖਬਰਾਂ ਨੇ ਉਹਨਾਂ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਜੇ ਗੱਲ ਕੀਤੀ ਜਾਵੇ ਖਾਸ ਕਰਕੇ ਪੰਜਾਬ ਨੂੰ ਲੈ ਕੇ, ਪੰਜਾਬ ਦੀ ਸਿਆਸਤ ਨੂੰ ਲੈ ਕੇ, ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਦਿਨ ਬੜਾ ਹੀ ਖਰਾਬ ਰਿਹਾ, ਕਿਉਂਕਿ ਅਕਸਰ ਅਸੀਂ ਸਿਆਸੀ ਆਗੂਆਂ ਦੀਆਂ ਗੱਲਾਂ ਕਰਦੇ ਹਾਂ, ਕਿਸੇ ਨੂੰ ਬਿਆਨਬਾਜ਼ੀ ਦੀ ਗੱਲ ਕਹਿੰਦੇ ਆ, ਕਿਸੇ ਨੇ ਕੀ ਤੇ ਕੀ ਕਹਿ ਦਿੱਤਾ, ਕਿਹਨੇ ਕਿਤੇ ਦੂਸ਼ਣਬਾਜ਼ੀ ਕੀਤੀ, ਕਿਹਨੇ ਕਿਸੇ ਨਾਲ ਟੱਕਰਾ ਲਾਇਆ। ਇਹ ਸਾਰੀਆਂ ਗੱਲਾਂ ਅਕਸਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਆਮ ਹੁੰਦੀਆਂ ਨੇ, ਕਿਉਂਕਿ ਆਪਾਂ ਗੱਲ ਕਰਦੇ ਹੁੰਦੇ ਹਾਂ ਪੰਜਾਬ ਨੂੰ ਲੈ ਕੇ, ਪੰਜਾਬੀਅਤ ਨੂੰ ਲੈ ਕੇ, ਕਿਹੜੀ ਪਾਰਟੀ ਵਧੀਆ, ਕਿਹੜੀ ਪਾਰਟੀ ਕੀ ਕੰਮ ਕਰ ਰਹੀ ਹੈ, ਕਿਹੜੀ ਪਾਰਟੀ ਕਿਸੇ ਤੇ ਤੰਜ ਕੱਸ ਰਹੀ ਹੈ। ਪਰ ਉੱਥੇ ਹੀ ਜਦੋਂ
ਕੋਈ ਵੀ ਇਨਸਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਤਾਂ ਉੱਥੇ ਦੁੱਖ ਵੀ ਬੜਾ ਲੱਗਦਾ। ਤਾਂ ਉਹ ਭਾਵੇਂ ਕੋਈ ਸਿਆਸੀ ਲੀਡਰ ਹੋਵੇ, ਭਾਵੇਂ ਕੋਈ ਆਮ ਇਨਸਾਨ ਹੋਵੇ, ਭਾਵੇਂ ਕੋਈ ਮਹਾਨ ਸ਼ਖਸੀਅਤ ਹੋਵੇ, ਕਿਸੇ ਵੀ ਇਨਸਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਪੂਰੇ ਪਰਿਵਾਰ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਪੁੱਤਰ ਧੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ। ਸੋ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਅਸੀਂ ਨਮ ਅੱਖਾਂ ਦੇ ਨਾਲ ਇਸ ਮੰਚ ਤੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਬਲਦੀਪ ਜੀ, ਤੁਸੀਂ ਕੀ ਕਹੋਗੇ? ਬਿਲਕੁਲ, ਕੱਲ੍ਹ ਦਾ ਜੋ ਦਿਨ ਸੀਗਾ ਔਰ ਸੰਤੋਖ ਚੌਧਰੀ ਜੋ ਕਿ ਦਲਿਤ ਆਗੂ ਸੀ, ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੀ, ਜਲੰਧਰ ਤੋਂ ਸੰਸਦ ਮੈਂਬਰ ਸੀ, ਕੱਲ੍ਹ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋਇਆ, ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਸ ਵੇਲੇ ਹੋਇਆ ਜਦੋਂ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਹ ਉਹਨਾਂ ਦੇ ਇਲਾਕੇ ਤੋਂ ਜਿਹੜੀ ਆ ਉਹ ਗੁਜ਼ਰ ਰਹੀ ਸੀ। ਰਾਹੁਲ ਗਾਂਧੀ ਨੇ ਜੋ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਆ ਸਾਊਥ ਤੋਂ ਔਰ ਜਿਹੜਾ ਕਸ਼ਮੀਰ ਤੱਕ ਲੈ ਕੇ ਜਾਣੀ ਹੈਗੀ ਆ, ਉਹ ਕਹਿ ਲਓ ਵੀ ਆਪਣੇ ਅਖੀਰਲੇ ਪੜਾਵਾਂ ਦੇ ਵਿੱਚ ਹੀ ਹੈ ਇਸ ਵੇਲੇ। ਔਰ ਠੰਡ ਦਾ ਪੂਰਾ ਜ਼ੋਰ ਹੈ। ਸੰਤੋਖ ਚੌਧਰੀ ਵੀ ਉਸ ਜਿਹੜਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਜਿਸ ਵੇਲੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਔਰ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ। ਤਸਵੀਰਾਂ ਸਾਹਮਣੇ ਆਈਆਂ ਕਿ ਜਿਸ ਵੇਲੇ ਹਾਲੇ ਜਿਹੜੀ ਭਾਰਤ ਜੋੜੋ ਯਾਤਰਾ ਉਹ ਉਹਨਾਂ ਦੇ ਇਲਾਕੇ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਉਹ ਲੋਕਾਂ ਨੂੰ ਉੱਥੇ ਸੰਬੋਧਨ ਕਰਦੇ ਵੀ ਨਜ਼ਰ ਆਏ, ਕਾਂਗਰਸ ਦੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਵੀ ਨਜ਼ਰ ਆਏ। ਫਿਰ ਜਦੋਂ ਯਾਤਰਾ ਗੁਜ਼ਰਦੀ ਹੈ ਜਲੰਧਰ ਦੇ ਲਾਗੇ ਦੀ ਤਾਂ ਉੱਥੇ ਜਿਹੜਾ ਹੈਗਾ ਯਾਤਰਾ ਦੇ ਵਿੱਚ ਸ਼ਾਮਲ ਵੀ ਹੁੰਦੇ ਨੇ। ਤੋਂ ਪਰ ਉਸ ਯਾਤਰਾ ਦੇ ਦੌਰਾਨ ਜਿਹੜਾ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ, ਕਾਰਡੀਅਕ ਅਰੈਸਟ ਜਿਹਨੂੰ ਆਪਾਂ ਬੋਲ ਦਿੰਦੇ ਆ, ਤੇ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਬਹੁਤ ਦੁਖਦਾਈ ਖਬਰ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਪਰਿਵਾਰ ਲਈ ਤਾਂ ਯਕੀਨਨ ਬਹੁਤ ਜ਼ਿਆਦਾ ਵੱਡਾ ਇੱਕ ਦੁੱਖ ਕਹਿ ਸਕਦੇ ਹਾਂ। ਔਰ ਸਾਰੇ ਹੀ ਜਿੰਨੇ ਵੀ ਸ਼ਖਸੀਅਤਾਂ ਹੈਗੀਆਂ ਨੇ, ਜਿੰਨੇ ਵੱਡੇ ਆਗੂ ਹੈਗੇ ਨੇ ਪੰਜਾਬ ਦੀ ਸਿਆਸੀ ਪਾਰਟੀਆਂ ਨੇ, ਉਹਨਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਜ਼ਰੂਰ ਕੀਤਾ। ਜੇਕਰ ਮੈਂ ਸੰਤੋਖ ਸਿੰਘ ਚੌਧਰੀ ਦੀ ਹੀ ਗੱਲ ਕਰਾਂ ਜੋ ਸੰਸਦ ਮੈਂਬਰ ਨੇ, ਤਾਂ 1978 ਦੇ ਵਿੱਚ ਉਹਨਾਂ ਨੇ ਜਿਹੜਾ ਉਸ ਦੌਰ ਦੇ ਵਿੱਚ ਉਹਨਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ ਹੈ, ਯੂਥ ਕਾਂਗਰਸ ਤੋਂ ਸ਼ੁਰੂਆਤ ਕੀਤੀ ਹੈ। 1978 ਦੇ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਬਣੇ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਮੌਜੂਦਾ ਸਮੇਂ ਦੀ, ਤਾਂ ਲਗਾਤਾਰ ਹੁਣ 2 ਵਾਰ ਸੰਸਦ ਮੈਂਬਰ ਚੁਣੇ ਗਏ। 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸੰਸਦ ਮੈਂਬਰ ਚੁਣੇ ਗਏ ਤੇ 2019 ਦੇ ਵਿੱਚ ਵੀ ਜਿਹੜਾ ਉਹ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਇਹ ਵੀ ਇੱਕ ਚੀਜ਼ ਸਮਝ ਲੱਗਦੀ ਹੈ ਕਿ ਜਦੋਂ ਮੋਦੀ ਵੇਵ ਪੂਰੇ ਜ਼ੋਰ ਤੇ ਹੈ, ਫਿਰ ਵੀ ਉਸ ਤੋਂ ਬਾਅਦ ਵੀ ਕਾਂਗਰਸ ਦੇ ਇਹ ਇੱਕ ਚਿਹਰਾ ਸੀਗਾ ਜਿਹੜਾ 2014 ਚ ਔਰ ਲਗਾਤਾਰ 2019 ਦੇ ਵਿੱਚ ਦੁਬਾਰਾ ਜਿਹੜਾ ਚੁਣ ਕੇ ਆਉਂਦੇ ਹੈਗੇ ਨੇ। ਇਸ ਤੋਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਕਿਉਂਕਿ ਚਲੋ ਇਹ ਤਾਂ ਲੋਕ ਸਭਾ ਸੈਂਟਰ ਦੇ ਵਿੱਚ ਚੁਣ ਕੇ ਗਏ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ 1992 ਤੇ 2002 ਇਸ ਦੇ ਦੌਰਾਨ ਵੀ ਜਿਹੜਾ ਉਹ ਵਿਧਾਇਕ ਚੁਣੇ ਗਏ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਬਤੌਰ ਮੰਤਰੀ ਰਹੇ ਜਿਹੜੇ ਸੰਤੋਖ ਸਿੰਘ ਚੌਧਰੀ, ਔਰ ਬੇਦਾਗ ਸ਼ਖਸੀਅਤ ਵੀ ਕਹਿ ਸਕਦੇ ਹਾਂ ਕਿ ਕੋਈ ਅਜਿਹਾ ਕੋਈ ਕਰਪਸ਼ਨ ਦਾ ਜਾਂ ਹੋਰ ਕਿਸੇ ਚੀਜ਼ ਦਾ ਜੋ ਇਲਜ਼ਾਮ ਜਿਹੜਾ ਉਹ ਨਹੀਂ ਹੈ। ਤੋ ਪਰ ਕੱਲ ਆਪਾਂ ਕਹਿ ਸਕਦੇ ਹਾਂ ਕਿ ਦੁੱਖ ਦੀ ਘੜੀ ਹੈ ਪਰਿਵਾਰ ਦੇ ਉੱਪਰ, ਔਰ ਕਾਂਗਰਸ ਨੂੰ ਤਾਂ ਖੈਰ ਇੱਕ ਵੱਡਾ ਘਾਟਾ ਪਿਆ ਹੀ ਹੈ, ਇਸ 'ਚ ਕੋਈ ਸ਼ੱਕ ਦੋ ਰਾਏ ਨਹੀਂ। ਔਰ ਹਰੇਕ ਆਗੂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਕੇਂਦਰੀ ਲੀਡਰਸ਼ਿਪ ਹੋਵੇ ਬੀਜੇਪੀ ਦੀ, ਸਭ ਨੇ ਜਿਹੜਾ ਉਹ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਹੈਗਾ। ਦੇਖੋ, ਕਾਰਡੀਅਕ ਅਰੈਸਟ ਜਿਹੜਾ ਹੈਗਾ ਜਾਂ ਹਾਰਟ ਅਟੈਕ ਦੀ ਆਪਾਂ ਗੱਲ ਕਰਦੇ ਹਾਂ, ਤਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਸਰਦੀਆਂ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਚਾਂਸਿਸ ਜਿਹੜੇ ਨੇ ਉਹ ਵੱਧ ਜਾਂਦੇ ਨੇ। ਖਾਸ ਤੌਰ ਤੇ ਜਿਹੜੇ ਥੋੜੀ ਜਿਹੀ ਏਜਡ ਪਰਸਨ ਹੁੰਦੇ ਨੇ, ਏਜਡ ਲੋਕ ਹੁੰਦੇ ਨੇ, ਉਹਨਾਂ ਦੇ ਵੱਧ ਜਾਂਦੇ। ਦੇਖਿਆ ਜਾਵੇ ਤਾਂ 2022 ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਕਾਰਡੀਅਕ ਅਰੈਸਟ, ਰਾਜੂ ਸ਼੍ਰੀਵਾਸਤਵ ਜਿਹੜੇ ਕਾਮੇਡੀਅਨ ਸੀਗੇ, ਇੰਡੀਅਨ ਕਾਮੇਡੀਅਨ ਸੀਗੇ, ਉਹ ਕਾਰਡੀਅਕ ਅਰੈਸਟ ਜਦੋਂ ਜਿਮ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਕਾਰਡੀਅਕ ਅਰੈਸਟ ਹੋਇਆ ਉਸ ਵੇਲੇ। ਔਰ ਉਸ ਤੋਂ ਬਾਅਦ ਉਹ ਲਗਾਤਾਰ ਮੇਰੇ ਖਿਆਲ 40-41 ਦਿਨ ਤਾਂ ਵੈਂਟੀਲੇਟਰ ਤੇ ਵੀ ਰਹੇ ਨੇ ਔਰ ਫਿਰ ਉਹਨਾਂ ਦੀ ਡੈਥ ਹੋਈ ਹੈ। ਇੱਕ ਸਿੰਗਰ KK ਹੈਗੇ ਨੇ, ਉਹ ਰੋਮਾਂਟਿਕ ਸੌਂਗਸ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਸੀਗੇ। ਲਾਈਵ ਸ਼ੋਅ ਦੇ ਦੌਰਾਨ ਉਹਨਾਂ ਨੂੰ ਕਾਰਡੀਅਕ ਅਰੈਸਟ ਹੋਇਆ ਹੈਗਾ। ਤੋ ਇਹ ਵੀ ਇੱਕ ਜਿਨ੍ਹਾਂ ਨੂੰ ਹਾਰਟ ਦੀ ਜਾਂ ਇਸ ਤਰੀਕੇ ਦੀ ਕੋਈ ਪ੍ਰੋਬਲਮ ਹੈ, ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ। ਖਾਸ ਤੌਰ ਤੇ ਸਰਦੀਆਂ ਦੇ ਵਿੱਚ ਤਾਂ ਜ਼ਰੂਰ ਧਿਆਨ ਦੇਣ, ਜਿਸ ਤਰੀਕੇ ਨਾਲ ਹਾਰਟ ਦੀ ਪ੍ਰੋਬਲਮਸ ਅਗਰ ਆਉਂਦੀਆਂ ਨੇ। ਔਰ
ਇੱਥੇ ਇੱਕ ਇਹ ਵੀ ਹੈ ਕਿ ਹਾਰਟ ਫੇਲ ਔਰ ਹਾਰਟ ਅਟੈਕ ਦੇ ਵਿੱਚ ਵੀ ਥੋੜਾ ਜਿਹਾ ਡਿਫਰੈਂਸ ਹੁੰਦਾ। ਹਾਰਟ ਅਟੈਕ ਔਰ ਹਾਰਟ ਫੇਲ ਦੇ ਵਿੱਚ ਡਿਫਰੈਂਸ ਹੁੰਦਾ। ਹਾਰਟ ਅਟੈਕ ਉਹ ਹੁੰਦਾ ਕਿ ਹਾਰਟ ਦਾ ਕੁਝ ਹਿੱਸਾ ਜਿਹੜਾ ਉਹ ਕੰਮ ਕਰਨਾ ਬੰਦ ਕਰ ਦਿੰਦਾ। ਕਾਰਡੀਅਕ ਅਰੈਸਟ ਉਹ ਹੁੰਦਾ ਕਿ ਟੋਟਲ ਫੇਲੀਅਰ, ਜਦੋਂ ਹਾਰਟ ਖੂਨ ਸਪਲਾਈ ਕਰਨਾ ਹੀ ਬੰਦ ਕਰ ਦਿੰਦਾ ਤਾਂ ਉਹ ਉਸ ਨੂੰ ਇੱਕ ਤਰੀਕੇ ਨਾਲ ਜਿਹਨੂੰ ਆਪਾਂ ਸਡਨ ਡੈਥ ਕਹਿ ਦਿੰਦੇ ਆ ਜੀ, ਕਾਰਡੀਅਕ ਅਰੈਸਟ ਹੋ ਗਿਆ, ਤਾਂ ਉਹ ਚੀਜ਼ ਹੁੰਦੀ ਹੈਗੀ ਹੈ। ਸੋ ਠੰਡ ਦਾ ਮੌਸਮ ਹੈ ਔਰ ਅਗਰ ਕਿਸੇ ਨੂੰ ਇਸ ਕਿਸਮ ਦੀ ਪ੍ਰੋਬਲਮ ਹੈ ਤਾਂ ਉਹ ਆਪਣਾ ਧਿਆਨ ਜ਼ਰੂਰ ਰੱਖਣ। ਅਸੀਂ ਇਹੀ ਜ਼ਰੂਰ ਕਹਾਂਗੇ। ਬਿਲਕੁਲ। ਤਾਂ ਉਹੀ ਜਿੱਦਾਂ ਆਪਾਂ ਸ਼ੋਅ ਤੋਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਭਾਰਤ ਜੋੜੋ ਜਿਹੜੀ ਯਾਤਰਾ ਉਹ ਕੱਢੀ ਜਾ ਰਹੀ ਹੈ ਪੰਜਾਬ ਦੇ ਵਿੱਚ, ਜਗ੍ਹਾ ਜਗ੍ਹਾ ਤੇ ਇਹ ਸਭ ਕੁਝ ਵੇਖਣ ਨੂੰ ਮਿਲ ਰਿਹਾ। ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ, ਆਪਾਂ ਅਕਸਰ ਪ੍ਰੋਗਰਾਮਾਂ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਅੱਤ ਦੀ ਧੁੰਦ ਹੈ, ਬਹੁਤ ਜ਼ਿਆਦਾ ਠੰਡ ਹੈ, ਬਹੁਤ ਸਾਰੇ ਐਕਸੀਡੈਂਟ ਇਸ ਦੇ ਦੌਰਾਨ ਹੋ ਰਹੇ ਨੇ, ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਨੇ, ਸੜਕਾਂ ਜਾਮ ਹੋਈਆਂ ਪਈਆਂ ਨੇ। ਲਗਾਤਾਰ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਕਿਹੜੇ ਹਾਈਵੇ ਉੱਤੋਂ ਦੀ ਨਹੀਂ ਆਉਣਾ, ਕਿੱਧਰ ਦੀ ਯਾਤਰਾ ਨਹੀਂ ਲੰਘਣਾ, ਕੀ ਹੋਣਾ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਜ਼ਿਆਦਾ ਠੰਡ ਹੈ ਓਨੀ ਹੀ ਕਾਂਗਰਸ ਵੱਲੋਂ ਸਿਆਸਤ ਦੇ ਵਿੱਚ ਵੀ ਗਰਮਾਹਟ ਹੈ ਜਿਹੜੀ ਉਹ ਵੱਧ ਵੇਖਣ ਨੂੰ ਮਿਲ ਰਹੀ ਹੈ। ਬਿਲਕੁਲ ਨਵਦੀਪ ਜੀ, ਚਲੋ ਸਿਆਸੀ ਪਾਰਟੀਆਂ ਜਿਹੜਾ ਉਹ ਆਪਣਾ ਕਾਰਵਾਈ ਜਿਹੜੀ ਹੈ ਉਹ ਤਾਂ ਜਾਰੀ ਰੱਖਦੀਆਂ ਨੇ ਔਰ ਕਾਂਗਰਸ ਤਾਂ ਲਗਾਤਾਰ ਹੁਣ 10 ਸਾਲ ਸੱਤਾ ਤੋਂ ਬਾਹਰ ਰਹਿ ਕੇ ਔਰ ਉਹਨਾਂ ਨੇ 24 ਦੇ ਲਈ ਪਹਿਲਾਂ ਹੀ ਤਿਆਰੀਆਂ ਆਪਾਂ ਕਹਿ ਲਈਏ ਵੀ ਜਿਹੜੀ ਭਾਰਤ ਜੋੜੋ ਯਾਤਰਾ ਉਹ ਇੱਕ ਹਿਸਾਬ ਨਾਲ ਬੇਸ਼ੱਕ ਕਾਂਗਰਸ ਇਹ ਕਹਿੰਦੀ ਹੈ ਕਿ ਅਸੀਂ ਸਿਆਸੀ ਲਾਹੇ ਦੇ ਲਈ ਨਹੀਂ, ਅਸੀਂ ਭਾਰਤ ਜੋੜਨ ਦੇ ਲਈ ਯਾਤਰਾ ਕਰ ਰਹੇ ਹਾਂ, ਪਰ ਵਿਰੋਧੀ ਇਹ ਨਿਸ਼ਾਨਾ ਲਾਉਂਦੇ ਨੇ ਕਿ ਭਾਰਤ ਜੁੜਿਆ ਹੀ ਹੋਇਆ, ਪਰ ਤੁਸੀਂ ਜਿਹੜਾ ਕਾਂਗਰਸ ਜੋੜਨ ਦੀ ਯਾਤਰਾ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ। ਤਾਂ ਸਿਆਸੀ ਪਾਰਟੀਆਂ ਅਕਸਰ ਕੋਈ ਨਾ ਕੋਈ ਗਤੀਵਿਧੀਆਂ, ਔਰ ਇਹ ਇਕੱਲੀ ਕਾਂਗਰਸ ਨਹੀਂ, ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਣਾ ਕਿ ਬੀਜੇਪੀ ਜਾਂ ਹੋਰ ਪਾਰਟੀਆਂ ਵੀ ਆਪਣਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਪੋਲੀਟੀਕਲ ਐਕਟੀਵਿਟੀ ਜਿਹੜੀ ਹੈ ਉਹ ਸਾਹਮਣੇ ਦੇਖਣ ਨੂੰ ਮਿਲੇਗੀ। ਜੀ ਬਿਲਕੁਲ। ਤੇ ਕਾਲਰ ਸਾਡੇ ਨਾਲ ਬਣ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਧਾਲੀਵਾਲ ਤੇ ਵਜੀਦ ਜੀ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ, ਤੁਹਾਨੂੰ ਇਸ ਸਾਲ ਦੀ ਪਹਿਲੀ ਕਾਲ ਕਰ ਰਹੇ ਹਾਂ। ਬਾਕੀ ਤੁਹਾਨੂੰ, ਤੁਹਾਡੀ ਪੂਰੀ ਟੀਮ ਨੂੰ, ਪਰਿਵਾਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ। ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ। ਸਾਰੇ ਪਰਿਵਾਰ ਦਾ ਚੈਨਲ ਦੇ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਕਰਦਾ ਹਾਂ ਜੀ, ਤਾਂ ਕਿ ਤੁਸੀਂ ਸਾਡੇ ਅਖੌਤੀ ਜਥੇਦਾਰਾਂ, ਪ੍ਰਧਾਨਾਂ ਨੂੰ, ਜ਼ਿੰਮੇਵਾਰ ਬੰਦਿਆਂ ਨੂੰ ਸੇਧ ਦੇ ਸਕੋ, ਤਾਂ ਕਿ ਜਿਹੜੇ ਇਹਨਾਂ ਨੂੰ ਕੰਮ ਸੌਂਪੇ ਆ ਸਿੱਖ ਕੌਮ, ਧਰਮ, ਪੰਜਾਬ ਦੀ ਸੇਵਾ ਕਰਨੀ, ਉਹ ਕਰ ਸਕਣ। ਉਸ ਤੋਂ ਉਪਰੰਤ ਪੰਜਾਬ ਸਰਕਾਰ, ਮਾਨ ਸਰਕਾਰ ਜਿਹੜੀ ਕਹਿੰਦੇ ਕਿ ਇੱਥੇ ਗੋਰੇ ਆ ਕੇ ਨੌਕਰੀ ਕਰਨਗੇ, ਤੇ ਉਹਨਾਂ ਨੂੰ ਸੇਧ ਦੇਵੋ ਤਾਂ ਕਿ ਇੱਥੇ ਆ ਕੇ ਪਹਿਲਾਂ ਪੰਜਾਬ ਦਾ ਪ੍ਰਵਾਸ ਰੁਕੇ, ਉਸ ਤੋਂ ਬਾਅਦ ਪੰਜਾਬੀ ਵਾਪਸ ਆਉਣ। ਜਿਹੜੇ ਧੜਾ ਬਾਹਰ ਨੂੰ ਜਾ ਰਹੇ ਗੰਦਰ ਲਾ ਕੇ, ਉਹਦੇ ਬਾਅਦ ਫਿਰ ਗੋਰਿਆਂ ਨੇ ਆਪੇ ਇੱਥੇ ਨੌਕਰੀ ਕਰਨਾ ਕਰਨਾ। ਜਦੋਂ ਉਹਨੇ ਚਿਹੜੂ ਵਾਲੀ ਫੈਕਟਰੀ ਕੋਲ ਲੰਘਣਾ, ਉਹਨੂੰ ਸਮੈਲ ਆਉਣੀ ਹੈ, ਤੇ ਜੀਰੇ ਵਾਲੀ ਫੈਕਟਰੀ ਕੋਲ ਲੰਘਣਾ, ਉਹਨਾਂ ਨੇ ਜੋ ਗੋਰਿਆਂ ਨੇ ਆਪੇ ਆ ਜਾਣਾ। ਧੰਨਵਾਦ, ਤੁਹਾਡੇ ਬਹੁਤ ਸਹਿਯੋਗ ਦੀ ਲੋੜ ਹੈ। ਜੀ ਜੀ, ਸ਼ੁਕਰੀਆ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤੇ ਗੱਲਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਰਕੇ, ਭਾਵੇਂ ਜੀਰਾ ਫੈਕਟਰੀ ਦੀ ਗੱਲ ਹੋਵੇ, ਭਾਵੇਂ ਭਗਵੰਤ ਮਾਨ ਦੇ ਬਿਆਨਬਾਜ਼ੀ ਨੂੰ ਲੈ ਕੇ ਗੱਲ ਹੋਵੇ, ਕੰਮਕਾਰ ਨੂੰ ਲੈ ਕੇ ਗੱਲ ਹੋਵੇ, ਬਹੁਤ ਚੰਗਾ ਲੱਗਦਾ ਕਿ ਸਾਡੇ ਜਿਹੜੇ ਸੁਹਿਰਦ ਕਾਲਰਸ ਨੇ ਸਾਨੂੰ ਕਾਲ ਕਰਦੇ ਨੇ ਸਮੇਂ ਤੇ ਸਾਡੇ ਨਾਲ। ਮੰਨਦੇ ਆ ਕਿ ਤੁਸੀਂ ਬਹੁਤ ਬਿਜ਼ੀ ਸ਼ੈਡਿਊਲ ਤੁਹਾਡਾ ਚੱਲਦਾ ਹੈ, ਪਰ ਬੇਨਤੀ ਹੁੰਦੀ ਹੈ ਕਿ ਜ਼ਰੂਰ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ, ਪੰਜਾਬ ਤੇ ਪੱਖ ਦੇ ਜਿਹੜੇ ਮਸਲੇ ਨੇ ਉਹਨਾਂ ਤੇ ਆਪਣੀ ਕੀ ਰਾਏ ਰੱਖਦੇ ਨੇ, ਕੀ ਸੋਚ ਰੱਖਦੇ ਨੇ। ਸੋ ਇਸ ਦੇ ਨਾਲ ਹੀ ਜੇ ਅਸੀਂ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਆਪਾਂ ਭਾਰਤ ਜੋੜੋ ਯਾਤਰਾ ਦੇ ਨਾਲ ਹੀ ਰਿਲੇਟਡ ਗੱਲਬਾਤ ਕਰ ਰਹੇ ਸੀ ਨਾ ਕਿ ਇਹਨਾਂ ਨੇ ਆਪਣਾ ਕੰਮ ਹੁਣੇ ਤੋਂ ਹੀ ਲੱਕ ਬਣ ਰਿਹਾ 2024 ਦੇ ਲਈ, ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਕਿ ਕੜਾਕੇ ਦੀ ਠੰਡ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ। ਸੋ ਮੈਨੂੰ ਲੱਗਦਾ ਕਿ ਮੌਸਮ ਦੇ ਨਾਲ ਵੀ ਥੋੜਾ ਬਹੁਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਧਿਆਨ ਰੱਖ ਲੈਣਾ ਚਾਹੀਦਾ, ਕਿਉਂਕਿ ਆਪਾਂ ਅਕਸਰ ਜਿਹੜੀਆਂ ਵੀਡੀਓ ਫੋਟੋਜ਼ ਵਾਇਰਲ ਹੁੰਦੀਆਂ ਨੇ, ਆਪਾਂ ਰਾਹੁਲ ਗਾਂਧੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੇ ਫੋਟੋਜ਼ ਦੇਖੀਆਂ ਨੇ, ਹਨਾ, ਜਿੱਥੇ ਆਪਾਂ ਵੇਖ ਰਹੇ ਆ ਕਿ ਕਾਜੂ ਬਦਾਮ ਕਿਸ਼ਮਿਸ਼ ਖਾਂਦੇ ਹੋਏ ਨਜ਼ਰ ਆ ਰਹੇ ਨੇ, ਪਰ ਬਾਕੀ ਜਿਹੜੇ ਲੋਕ ਨੇ ਉਹਨਾਂ ਨੇ ਵਿਚਾਰਿਆਂ ਨੇ ਸੁੱਕੀਆਂ ਰੋਟੀਆਂ ਹੀ ਖਾਣੀਆਂ ਨੇ। ਸੋ ਉਹਨਾਂ ਦੀ ਸਿਹਤ ਦਾ ਵੀ ਧਿਆਨ ਜ਼ਰੂਰ ਰੱਖਿਆ ਜਾਵੇ। ਬਿਲਕੁਲ। ਇਹ ਜਿਹੜੀ ਠੰਡ ਦੀ ਗੱਲ ਚੱਲੀ ਹੈ ਜਾਂ ਤੁਸੀਂ ਕਾਜੂ ਬਦਾਮ ਦੀ ਗੱਲ ਕਰ ਰਹੇ ਹੋ, ਤਾਂ ਉਹ ਬੜੇ ਸਵਾਲ ਉੱਠੇ ਨੇ ਕਿ ਰਾਹੁਲ ਗਾਂਧੀ ਹੋਣੀ ਇੱਕ ਕੱਲੀ ਟੀ-ਸ਼ਰਟ ਪਾ ਕੇ ਹੀ ਇੰਨੀ ਠੰਡ ਦੇ ਵਿੱਚ ਕਿਵੇਂ ਕਰ ਰਹੇ ਨੇ। ਤਸਵੀਰਾਂ ਤਾਂ ਖੈਰ ਸਭ ਨੇ ਦੇਖੀਆਂ, ਸੋਸ਼ਲ ਮੀਡੀਆ ਤੇ ਆਈਆਂ। ਕਾਜੂ ਬਦਾਮ ਖੈਰ ਉਹ ਚਲੋ ਨਿੱਜੀ ਮਸਲਾ ਹੈਗਾ, ਉਹਦੇ ਉੱਪਰ ਮੈਨੂੰ ਲੱਗਦਾ ਕਿ ਮੈਨੂੰ ਟਿੱਪਣੀ ਕਰਨੀ ਵੀ ਨਹੀਂ ਚਾਹੀਦੀ, ਕਿਉਂਕਿ ਕੋਈ ਪਰਸਨ ਆਪਣੇ ਆਪ ਨੂੰ ਫਿੱਟ ਰੱਖਣ ਲਈ ਅਗਰ ਕੁਝ ਵੀ ਖਾ ਪੀ ਰਿਹਾ ਤਾਂ ਉਹਦੇ 'ਚ ਕੋਈ ਚਲੋ ਮਾੜੀ ਗੱਲ ਵੀ ਹੈ ਨਹੀਂ ਗੀ। ਤੇ ਹਾਂ, ਪਰ ਵੈਸੇ ਹੈ ਕਿ ਰਾਹੁਲ ਗਾਂਧੀ ਦੀ ਟੀ-ਸ਼ਰਟ ਨੂੰ ਲੈ ਕੇ ਬੜੀ ਖਿੱਚੋ ਧੂ ਹੋਈ ਹੈ, ਚਾਹੇ ਬੀਜੇਪੀ ਹੋਵੇ ਜਾਂ ਵਿਰੋਧੀ ਪਾਰਟੀਆਂ ਬਾਕੀ ਹੋਣ। ਉਹਨਾਂ ਨੇ ਇਸ ਨੂੰ ਸਵਾਲ ਜ਼ਰੂਰ ਚੱਕੇ ਨੇ ਕਿ ਰਾਹੁਲ ਗਾਂਧੀ ਨੇ ਟੀ-ਸ਼ਰਟ ਪਾ ਕੇ ਯਾਤਰਾ ਦੇ ਉੱਪਰ ਜਿਹੜਾ ਉਹ ਤੁਰੇ ਹੋਏ ਨੇ।
ਅੱਛਾ, ਉੱਦਾਂ ਵੀ ਦੇਖ ਲਿਆ ਜਾਵੇ ਤਾਂ ਇਸ ਯਾਤਰਾ ਹਾਲਾਂਕਿ ਕਾਫੀ ਕਹਿ ਲਈਏ ਕਿ ਪੂਰੀ ਜਿਹੜੀ ਯਾਤਰਾ ਰਹੀ ਹੈ ਰਾਹੁਲ ਗਾਂਧੀ ਉਹਨਾਂ ਦੀ, ਇੱਕ ਵੱਡਾ ਹੁੰਗਾਰਾ ਤਾਂ ਖੈਰ ਮਿਲਿਆ ਹੈਗਾ ਯਾਤਰਾ ਦੇ ਵਿੱਚ। ਆਪਾਂ ਦੇਖਦੇ ਹਾਂ ਕਿ ਲੋਕ ਇਕੱਠ ਜਿਹੜਾ ਕਾਫੀ ਜ਼ਿਆਦਾ ਹੁੰਦਾ ਹੈ, ਪਰ ਪੰਜਾਬ ਦੇ ਵਿੱਚ ਜਿਉਂ ਹੀ ਐਂਟਰੀ ਹੁੰਦੀ ਹੈ ਤਾਂ ਕਈ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਦੀ ਗੱਲ ਸਾਹਮਣੇ ਆਉਂਦੀ ਹੋਵੇ ਕਿ ਸਟੇਜ ਦੇ ਉੱਪਰ ਉਹ ਨਾਮ ਅਨਾਉਂਸ ਹੁੰਦਾ ਰਿਹਾ ਪ੍ਰਤਾਪ ਸਿੰਘ ਬਾਜਵਾ ਦਾ, ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਉੱਥੇ ਨਹੀਂ ਪਹੁੰਚੇ, ਚਾਹੇ ਫਿਰ ਉੱਥੇ ਰਾਜਾ ਵੜਿੰਗ ਨੂੰ ਯਾਤਰਾ ਦੇ ਦੌਰਾਨ ਧੱਕੇ ਮਾਰ ਕੇ ਸਿਕਿਉਰਿਟੀ ਵੱਲੋਂ ਜਿਹੜਾ ਉਹ ਪਾਸੇ ਕਰਨਾ ਉਹ ਚੀਜ਼ ਹੋਵੇ, ਔਰ ਹੁਣ ਜਿਹੜਾ ਉਹ ਦੁਖਦਾਈ ਘਟਨਾ ਜਿਹੜੀ ਹੋਈ ਹੈ ਕੱਲ, ਉਹ ਤਾਂ ਖੈਰ ਸਭ ਦੇ ਸਾਹਮਣੇ ਹੈਗੀ ਹੈ। ਤੋ ਹਾਂ, ਇੰਨਾ ਕਹਿ ਕਿ ਠੰਡ ਜਾਂ ਬਾਕੀ ਮੌਸਮ ਨੂੰ ਦੇਖਦੇ ਹੋਏ, ਪਰ ਨਵਦੀਪ ਜੀ ਗੱਲ ਤਾਂ ਉੱਥੇ ਆ ਜਾਂਦੀ ਨੇ ਕਿ ਯਾਤਰਾ ਜਿਹੜੀ ਹੁੰਦੀ ਆ, ਅਗਰ ਕੋਈ ਸ਼ੁਰੂ ਕਰਦਾ ਯਾਤਰਾ ਤਾਂ ਫਿਰ ਉਹ ਕੰਟੀਨਿਊਸ ਚੱਲਦੀ ਤਾਂ ਹੈ ਨਾ, ਕਿ ਹੁਣ ਸਾਊਥ ਤੋਂ ਸ਼ੁਰੂ ਕੀਤੀ ਹੈ ਉਹਨੇ ਕੰਪਲੀਟ ਕਰਨੀ ਹੈ। ਹਾਂ, ਇੰਨਾ ਹੈ ਕਿ ਸੰਤੋਖ ਸਿੰਘ ਚੌਧਰੀ ਦੇ ਕੱਲ ਦੇਹਾਂਤ ਤੋਂ ਬਾਅਦ 24 ਘੰਟੇ ਲਈ ਮੁਲਤਵੀ ਜ਼ਰੂਰ ਕੀਤੀ ਗਈ ਹੈ ਕਿ 24 ਘੰਟੇ ਤੋਂ ਬਾਅਦ ਅੱਜ ਐਤਵਾਰ ਨੂੰ ਜਿਹੜਾ ਉਹ ਬਾਅਦ ਦੁਪਹਿਰ ਜਿਹੜਾ ਉਹ ਯਾਤਰਾ ਦੁਬਾਰਾ ਜਿਹੜੀ ਹੈ ਸ਼ੁਰੂ ਕੀਤੀ ਜਾਏਗੀ। ਜੀ ਬਿਲਕੁਲ, ਤਾਂ ਗੱਲ ਸਿਆਸਤ ਦੀ ਹੋ ਰਹੀ ਹੈ, ਗੱਲ ਪੰਜਾਬ ਦੀ ਰਣਨੀਤੀ ਨੂੰ ਲੈ ਕੇ ਹੋ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਜੇ ਆਪਾਂ ਗੱਲ ਮਾਘੀ ਦੇ ਮੇਲੇ ਤੇ ਹੋਈਆਂ ਪ੍ਰੈਸ ਕਾਨਫਰੰਸ ਦੀ ਕਰ ਲਈਏ ਤਾਂ ਜ਼ਿਆਦਾ ਵਧੀਆ, ਕਿਉਂਕਿ ਪ੍ਰੈਸ ਕਾਨਫਰੰਸ ਕਹਿ ਰਹੀਆਂ ਸਿਆਸੀ ਕਾਨਫਰੰਸ ਨੇ ਜਿਹੜੀਆਂ, ਉਸ ਦੇ ਵਿੱਚ ਵੀ ਜ਼ਿਆਦਾ ਗਰਮਾਹਟ ਜਿਹੜੀ ਵੇਖਣ ਨੂੰ ਮਿਲੀ। ਕਿਤੇ ਕਿਤਾਈ ਬੇਸ਼ੱਕ ਇਕੱਠ ਵੇਖਣ ਨੂੰ ਮਿਲਿਆ, ਪਰ ਉੱਥੇ ਵੀ ਇਹ ਕਹਿ ਰਹੇ ਆ ਕਿ ਆਉਣ ਵਾਲੀਆਂ ਇਲੈਕਸ਼ਨਸ ਨੂੰ ਲੈ ਕੇ ਜਾਂ ਫਿਰ ਆਪਣੇ ਪੈਰ ਕਾਬਜ਼ ਰਹਿਣ, ਇਸ ਦੇ ਲਈ ਸਾਰੀਆਂ ਹੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਕਿਉਂਕਿ ਸਾਰੀਆਂ ਹੀ ਪਾਰਟੀਆਂ ਹਾਸ਼ੀ ਤੇ ਚਲੀਆਂ ਗਈਆਂ ਨੇ। ਪਰ ਜੇ ਸੱਤਾ ਦੇ ਵਿੱਚ ਆਈ ਹੋਈ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਮਨ ਦੇ ਵਿੱਚ ਵੀ ਇੱਕ ਡਰ ਹੈ। ਬੇਸ਼ੱਕ ਇਹਨਾਂ ਨੂੰ ਆਇਆ ਵੀ 4 ਸਾਲ ਆਪਾਂ ਕਿਤੇ ਨਹੀਂ ਜਾਂਦੇ, 4 ਸਾਲ ਆਪਾਂ ਇੱਥੇ ਹੀ ਆ, ਪਰ ਫਿਰ ਵੀ ਲੋਕ ਨੇ ਜਿਹੜੇ ਇੰਨੇ ਕੁ ਜਾਗਰੂਕ ਹੋ ਗਏ ਨੇ, ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਹੜੀ ਪਾਰਟੀ ਕਿੱਥੇ ਕਿੰਨਾ ਕੁ ਕੰਮ ਕਰਦੀ ਹੈ, ਤੇ ਲੋਕਾਂ ਨੂੰ ਇਹ ਵੀ ਪਤਾ ਵੀ ਪਾਰਟੀਆਂ ਤੋਂ ਕੰਮ ਕਿੱਦਾਂ ਕਰਾਉਣੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਪਾਰਟੀਆਂ ਨੂੰ ਕਿਸ ਤਰੀਕੇ ਦੇ ਨਾਲ ਨਕਾਰ ਸਕਦੇ ਨੇ ਇਹ ਵੀ ਪਤਾ ਹੈ, ਕਿਉਂਕਿ ਰਵਾਇਤੀ ਪਾਰਟੀਆਂ ਨੂੰ ਕਿਸ ਤਰੀਕੇ ਨਾਲ ਸੁੱਟਿਆ ਲੋਕਾਂ ਨੇ, ਸਭ ਕੁਝ ਜੱਗ ਜ਼ਾਹਿਰ ਹੈ। ਪਰ ਜੇ ਇੱਥੇ ਗੱਲ ਕੀਤੀ ਜਾਵੇ ਸਿਮਰਨਜੀਤ ਸਿੰਘ ਮਾਨ ਦੀ, ਤਾਂ ਸਿਮਰਨਜੀਤ ਸਿੰਘ ਮਾਨ ਜਦੋਂ ਤੋਂ ਸੰਗਰੂਰ ਤੋਂ ਇਹਨਾਂ ਨੇ ਇਲੈਕਸ਼ਨ ਜਿੱਤੀ ਹੈ, ਬੇਸ਼ੱਕ ਉਦੋਂ ਜ਼ਿਆਦਾ ਸੁਰਖੀਆਂ ਦਾ ਹਿੱਸਾ ਰਹੇ, ਪਰ ਕਿਸੇ ਨਾ ਕਿਸੇ ਬਿਆਨ ਨੂੰ ਲੈ ਕੇ ਇਹ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਹੁੰਦੇ ਨੇ। ਤੇ ਜਿਵੇਂ ਹੁਣ ਦੀ ਜੇ ਗੱਲ ਕੀਤੀ ਹੈ ਤਾਂ ਹੁਣ ਵੀ ਇਹਨਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ 13 ਸੀਟਾਂ ਤੇ ਇਹ ਚੋਣ ਲੜਨਗੇ। ਤੇ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਉਹ ਇਹ ਹੈ ਕਿ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ 26 ਜਨਵਰੀ ਦਾ ਜਿਹੜਾ ਦਿਹਾੜਾ ਹੈ, ਉਸ ਦੇ ਲਈ ਇਹਨਾਂ ਨੇ ਗੱਲ ਕੀਤੀ ਹੈ ਕਿ 26 ਜਨਵਰੀ ਦੇ ਦਿਹਾੜੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਸਿੱਖ ਹੋਰ ਮਸਲਿਆਂ ਨੂੰ ਲੈ ਕੇ ਆਵਾਜ਼ ਜਿਹੜੀ ਬੁਲੰਦ ਕੀਤੀ ਜਾਵੇਗੀ, ਤਾਂ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਤੇ ਹੋਰ ਕੀ ਕੁਝ ਰਿਹਾ ਖਾਸ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਪਰ ਜਿਹੜੇ ਕਾਲਰ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ, ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂ ਬੇਟਾ, ਦੇਖੋ ਗੱਲ ਇਹ ਆ ਵੀ ਹਾਲ ਤੱਕ ਜਿੰਨੀਆਂ ਇਹ ਪਾਰਟੀਆਂ ਨਾ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਵਾ ਜੀ, ਹੈ ਜੀ ਜੀ। ਹਾਂ, ਇਹ ਦੇਖੋ ਹੁਣ ਸਮਾਂ ਸਰਬਸੰਮਤੀ ਦਾ, ਸਾਰਿਆਂ ਨੂੰ ਇਕੱਠੇ ਹੋ ਕੇ, ਜੇ ਤਾਂ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲੈਣਗੇ ਤਾਂ ਪੰਜਾਬ ਬਚੂਗਾ, ਹੈ ਜੀ ਜੀ। ਹੈਲੋ ਜੀ ਜੀ ਜੀ। ਹਾਂ ਦੇਖੋ ਮੇਰਾ ਮਤਲਬ, ਹੁਣ ਕਿਸਾਨਾਂ ਦੀ ਗੱਲ ਦੇਖੋ ਬਈ, ਕਾਰ ਰੱਖੀ ਹੋਈ ਆ 1000 ਰੁਪਏ ਦਾ ਰੇਟ, ਰੋਜ਼ ਤੇਲ ਫੂਕਣਾ ਹੈ, ਤੇ ਨਾਲੇ ਫਿਰ ਟੋਲ ਦੇਣਾ, ਤੇ ਵਾਈ ਨੋਟ ਬੱਸਾਂ ਚ ਕਦੇ ਨਹੀਂ ਚੜਦੇ। ਦੇਖੋ ਨਾ, ਹੁਣ ਨਾ ਤਾਂ ਸੈਂਟਰ ਗਵਰਨਮੈਂਟ ਕੋਲ ਕੋਈ ਪੈਸਾ, ਨਾ ਪੰਜਾਬ ਕੋਲੇ, ਫਿਰ ਜੇ ਟੋਲ ਪਲਾਜੇ ਬੰਦ ਕਰਾਂਗੇ ਤੇ ਰਿਪੇਅਰ ਕੌਣ ਕਰੂ ਸੜਕਾਂ ਦੀ? ਹਾਂ, ਇਹਨਾਂ ਦੀ ਮਿਹਨਤ ਕਰੋ ਬਈ, ਤੁਸੀਂ ਭਾਈ ਕਾਰਾਂ ਛੱਡੋ ਤੇ ਬੱਸਾਂ ਦੇ ਵਿੱਚ ਸਫ਼ਰ ਕਰੋ, ਨਾਲੇ ਤੁਹਾਡਾ 1000 ਦਾ ਤੇਲ ਬਚੂ, ਨਾਲੇ ਤੁਹਾਡਾ ਟੋਲ ਬਚੂਗਾ। ਤੇ ਹਾਂ, ਬਾਕੀ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ, ਤੁਹਾਨੂੰ ਲੱਗਦਾ ਕਿ ਟੋਲ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ? ਮਤਲਬ ਹੈ ਹੀ ਨਹੀਂ, ਪੈਸਾ ਹੀ ਹੈ ਨਹੀਂ ਗਾ ਸੈਂਟਰ ਕੋਲ। ਸੈਂਟਰ ਦਾ ਇੰਨਾ ਬੁਰਾ ਹਾਲ ਆ। ਤੁਸੀਂ ਇਕਨੋਮਿਕ ਜਿਹੜੇ ਜਿੰਨੇ ਤੁਸੀਂ ਬੇਟਾ ਟੀਵੀ ਵਾਲੇ ਬੰਦੇ ਹੋ ਨਾ, ਤੁਸੀਂ ਇਕਨੋਮਿਕ ਟਾਈਮ ਜ਼ਰੂਰ ਪੜ੍ਹਿਆ ਕਰੋ। ਇਹਨਾਂ ਨੇ ਹੁਣ ਤੁਹਾਨੂੰ ਦੱਸਦਾ, ਪਿੱਛੇ 4 ਮਹੀਨੇ ਪਹਿਲਾਂ 60,000 ਕਰੋੜ ਰੁਪਈਆ ਇਹਨਾਂ ਨੇ ਉਧਾਰਾ ਲਿਆ ਵੱਡੇ ਬਿਜ਼ਨਸਮੈਨਾਂ ਤੋਂ। ਹੁਣ ਬਾਹਰਲੇ ਕੰਟਰੀ ਮੈਂ ਜਨਾਬ ਇਹ ਗੱਲ ਤਾਂ ਪੁੱਛੀ ਸੀ ਟੋਲ ਪਲਾਜ਼ੇ ਵਾਲੀ, ਕਿ ਦੇਖੋ ਜਦੋਂ ਕੋਈ ਆਪਾਂ ਨਵੀਂ ਗੱਡੀ ਕਢਾਉਂਦੇ ਆ, ਸਕੂਟਰ ਮੋਟਰਸਾਈਕਲ ਕਢਾਉਂਦੇ ਆ, ਤਾਂ ਪਹਿਲਾਂ ਰੋਡ ਟੈਕਸ ਜਿਹੜਾ ਉਹ ਜਮ੍ਹਾਂ ਕਰਾ ਕੇ
ਫਿਰ ਉਹ ਗੱਡੀ ਰੋਡ ਤੇ ਜਾਂ ਸਕੂਟਰ ਜਾਂ ਮੋਟਰਸਾਈਕਲ ਜਿਹੜਾ ਉਹ ਰੋਡ ਤੇ ਆਉਂਦਾ ਹੈਗਾ। ਮੇਰਾ ਕਹਿਣ ਦਾ ਸਵਾਲ ਇਹ ਸੀ ਕਿ ਅਗਰ ਰੋਡ ਟੈਕਸ ਦਿੱਤਾ ਜਾ ਰਿਹਾ ਹੈ ਤਾਂ ਫਿਰ ਲੋਕ ਇਹ ਸਵਾਲ ਕਰਦੇ ਨੇ ਟੋਲ ਪਲਾਜ਼ੇ ਕਾਹਦੇ ਲਈ ਨੇ? ਅਗਰ ਰੋਡ ਟੈਕਸ ਦਿੱਤਾ ਜਾ ਰਿਹਾ ਤਾਂ ਉਹਦੇ ਨਾਲ ਸੜਕਾਂ ਕਿਉਂ ਨਹੀਂ ਬਣਾਈਆਂ ਜਾ ਰਹੀਆਂ? ਮੇਰੀ ਗੱਲ ਸੁਣ ਬੇਟਾ, ਜਦੋਂ ਸਿਸਟਮ ਇਹਨਾਂ ਡਾਊਨ ਹੋ ਗਿਆ, ਹੁਣ ਮੈਂ ਤੈਨੂੰ ਦੱਸਦਾ, ਗੱਲ ਸੁਣ ਲਾ ਬਈ। ਇੰਦਰਾ ਗਾਂਧੀ ਨੇ ਐਫਕਨ ਪਾਲਿੰਗ ਕੰਪਨੀ ਲਿਆਂਦੀ ਸੀ ਜਰਮਨ ਦੀ। ਉਹਨਾਂ ਨੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਸੜਕ ਬਣਾਈ ਸੀ। 40 ਸਾਲ ਟੋਆ ਤਾਂ ਕੀ ਪੈਣਾ, ਤੇੜ ਨਹੀਂ ਸੀ ਪਈ। ਹਾਂਜੀ, ਦੇਖੋ ਉਦੋਂ ਬਾਅਦ ਸਿਸਟਮ ਇੰਨਾ ਡਾਊਨ ਹੋ ਗਿਆ ਬਈ ਇਹ ਜਿਹੜੀ ਸੜਕ ਬਣਾਉਂਦੇ ਆ ਉਹ 2 ਮਹੀਨੇ ਬਾਅਦ ਟੁੱਟਣ ਲੱਗ ਜਾਂਦੀ ਆ। ਤੇ ਦੇਖੋ ਨਾ, ਜੇ ਹੁਣ ਆਪਾਂ ਮੈਨੂੰ ਐਂ ਦੱਸੋ ਵੀ ਕਿਉਂ ਇਹ ਬੰਦੇ ਕਿਉਂ ਕਾਰਾਂ ਭਜਾਉਂਦੇ ਆ? ਖੇਤੀ ਵਿੱਚੋਂ ਬੇਟਾ ਕਾਰਾਂ ਨਹੀਂ ਚੱਲ ਸਕਦੀਆਂ। ਇਹ ਤਾਂ ਗੱਲ ਫਿਰ ਹੋਰ ਮਾੜੀ ਹੈ ਜੀ। ਟੋਲ ਪਲਾਜ਼ਾ ਲੈ ਕੇ ਅਗਰ 2 ਮਹੀਨੇ ਬਾਅਦ ਸੜਕ ਟੁੱਟ ਰਹੀ ਹੈ, ਟੋਲ ਪਲਾਜ਼ੇ ਤੋਂ ਅਗਰ ਪੈਸੇ ਇਕੱਠੇ ਕਰਕੇ 2 ਮਹੀਨੇ ਬਾਅਦ ਹੀ ਸੜਕ ਟੁੱਟ ਜਾਂਦੀ ਹੈ, ਫਿਰ ਤਾਂ ਹੋਰ ਮਾੜੀ ਗੱਲ ਹੈ। ਫਿਰ ਮੇਰੀ ਗੱਲ ਸੁਣ ਲੈ ਬੇਟਾ, ਹੁਣ ਅਫਗਨ ਪਾਲਨ ਕਿੱਥੋਂ ਲਿਆਉਂਗੇ? ਇੰਦਰਾ ਗਾਂਧੀ ਨੂੰ ਕਿੱਥੋਂ ਲਿਆਉਂਗੇ? ਇੰਦਰਾ ਗਾਂਧੀ ਨੂੰ ਹੁਣ ਕਿੱਥੋਂ ਲਿਆਉਂਗੇ? ਇੰਦਰਾ ਦਾ ਪ੍ਰੋਗਰਾਮ ਸੀ। ਕੋਈ ਤਰਕ ਨਹੀਂ ਨਾ ਹੋਇਆ ਕਿ ਇੰਦਰਾ ਗਾਂਧੀ ਅਗਰ ਹੋਣਗੇ ਤੇ ਤਾਂ ਹੀ ਮੁਲਕ ਦੀ ਤਰੱਕੀ ਹੋਏਗੀ, ਹੋਰ ਕੋਈ ਬੰਦਾ ਕਰ ਨਹੀਂ ਸਕਦਾ। ਇਹ ਤਾਂ ਕੋਈ ਤਰਕ ਨਹੀਂ ਹੋਇਆ। ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਚੰਗਾ ਲੱਗਦਾ ਜਦੋਂ ਕਾਲ ਕਰਦੇ ਹੋ। ਅਗਲੇ ਕਾਲਰ ਦੇ ਨਾਲ ਵੀ ਜੁੜਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ ਓਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਮੈਂ ਬੇਟੇ ਗੱਲ ਇਹ ਕਰਦੀ ਹਾਂ ਵੀ ਜਿਹੜਾ ਬਾਈ ਕਹਿੰਦਾ ਵੀ ਟੋਲ ਪਲਾਜ਼ੇ ਦੇਣੇ ਚਾਹੀਦੇ, ਲੋਕਾਂ ਨੇ ਬੰਦ ਨਹੀਂ ਕਰਨੇ ਚਾਹੀਦੇ, ਇਹ ਮੈਂ ਇਹਦੇ ਹੱਕ ਇਹਦੇ ਬਿਆਨਾਂ 'ਚ ਹੱਕ 'ਚ ਨਹੀਂ, ਕਿਉਂਕਿ ਜਦ ਆਲਰੇਡੀ ਵੀ ਰੋਡ ਟੈਕਸ ਦੇ ਰਹੀ ਹੈ ਪਬਲਿਕ। ਇਹ ਰੋਡ ਜਿਹੜੇ ਟੋਲ ਪਲਾਜ਼ੇ ਹੈ ਇਹ ਇਹਨਾਂ ਲਈ ਹੈ, ਗੌਰਮੈਂਟਾਂ ਲਈ ਨਹੀਂ ਹੈ, ਇਹ ਆਪਣਾ ਇੰਡੀਆ ਲਈ ਨਹੀਂ ਹੈਗੇ। ਇਹ ਜਿਹੜੇ ਲੀਡਰ ਹੈ ਇਹ ਇਹਨਾਂ ਲਈ ਹੈ, ਕਿਉਂਕਿ ਇਹ ਠੇਕਾ ਦਿੰਦੇ ਆ ਵੀ ਬਾਕੀ ਪੈਸੇ ਕੈਸ਼ ਠੇਕਾ ਦੇ ਕੇ ਪ੍ਰਾਈਵੇਟ ਕੰਪਨੀ ਨੂੰ ਸਿਰਫ ਇਹ ਲੁੱਟ ਰਹੇ ਆ ਲੋਕਾਂ ਨੂੰ, ਹੋਰ ਕੋਈ ਗੱਲ ਨਹੀਂ। ਜਾਂ ਤਾਂ ਇਹਨਾਂ ਦੇ ਆਪਣੇ ਪੱਕੇ ਮੁਲਾਜ਼ਮ ਹੋਣ, ਮੁਲਾਜ਼ਮ ਤਨਖਾਹ ਦੇਣ, ਸਾਰਾ ਕੁਝ ਦੇਣ। ਇਹ ਠੇਕਾ ਤਾਂ ਦੇ ਦਿੰਦੇ ਅੱਗੇ, ਉਹ ਠੇਕੇ ਦੇ ਕਹਾਓ ਸਸਤੇ ਜਿਹੇ ਵਿੱਚ ਲੇਬਰ ਮਿਲ ਜਾਂਦੀ ਹੈ, ਮਜ਼ਦੂਰ ਕੁੜੀਆਂ ਕੰਮ ਕਰਨ ਨੂੰ ਤਿਆਰ ਹੈ, ਮੁੰਡੇ ਕੰਮ ਕਰਨ ਨੂੰ ਤਿਆਰ ਹੈ, ਉਹ ਮਿਲ ਜਾਂਦੇ ਸਸਤੇ ਤੇ ਉਹਨਾਂ ਨੂੰ ਬਿਠਾ ਦਿੰਦੇ ਆ ਤੇ ਆਪ ਵੀ ਪੈਸੇ ਕਮਾਉਂਦੇ ਤੇ ਇਹਨਾਂ ਸਿਆਸੀ ਲੀਡਰਾਂ ਨੂੰ ਵੀ ਪੈਸੇ ਦੇ ਰਹੇ ਅੰਡਰ ਦੀ ਟੇਬਲ ਪੂਰੇ ਰਜਮੇ। ਇਸ ਕਰਕੇ ਇਹ ਟੋਲ ਪਲਾਜ਼ੇ ਤਾਂ ਕਰਕੇ ਬੰਦ, ਮੈਂ ਵੀ ਕਹਿਣਾ ਵੀ ਬੰਦ ਹੋਣੇ ਚਾਹੀਦੇ, ਕਿਉਂਕਿ ਜਦ ਗੌਰਮੈਂਟ ਨੂੰ ਹੀ ਰੋਡ ਟੈਕਸ ਦੇ ਰਹੇ ਆਲਰੇਡੀ ਵੀ ਉਹ ਤਾਂ ਫਿਰ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਵੀ ਰੋਡਾਂ ਦੀ ਰਿਪੇਅਰ ਕਰਦੀ ਸਾਰੀਆਂ ਬਣਾਉਣੀਆਂ। ਵੀ ਅੱਗੇ ਟੋਲ ਪਲਾਜ਼ੇ ਹੁੰਦੇ ਤੇ ਮੇਰੀ ਉਮਰ ਬਹੁਤ ਹੈ ਤੇ ਜਦ ਹੁੰਦੇ ਨਹੀਂ ਸੀਗੇ, ਜਦ ਵੀ ਤਾਂ ਸੜਕਾਂ ਬਣਦੀਆਂ ਸੀਗੀਆਂ, ਲਿੰਕ ਰੋਡ ਵੀ ਬਣੇ ਆ, ਰੋਡ ਦੀ ਰਿਪੇਅਰ ਵੀ ਹੁੰਦੀ ਸੀ, ਸਾਰਾ ਕੁਛ ਹੁੰਦਾ ਸੀਗਾ। ਤੇ ਹੁਣ ਹੁਣ ਗੌਰਮੈਂਟ ਕੀ ਹੋ ਗਿਆ? ਇਹ ਗੌਰਮੈਂਟ ਖਾਂਦੀ ਆ, ਆਪਣਾ ਲੋਕ ਜਿਹੜੇ ਲੀਡਰ ਹੈ ਇਹ ਪੈਸੇ ਖਾ ਰਹੇ ਆ। ਗੌਰਮੈਂਟ ਦੇ ਖਜ਼ਾਨੇ 'ਚ ਕੋਈ ਪੈਸਾ ਨਹੀਂ ਜਾਂਦਾ, ਜਿਹੜਾ ਕੁਛ ਹੁੰਦਾ ਮਾੜਾ ਮੋਟਾ ਜਾਂ ਉਦੋਂ ਝਾੜ ਕੇ ਬਾਕੀ ਚੌਥਾ ਹਿੱਸਾ ਜਾਂਦਾ ਗੌਰਮੈਂਟ ਦੇ ਖਜ਼ਾਨੇ 'ਚ। ਤਾਂ 25% ਇਹ ਖਾਂਦੇ ਆ ਠੇਕੇਦਾਰ, ਬਾਕੀ ਖਾਂਦੇ ਆ ਲੀਡਰ, ਇਹਨਾਂ ਦੇ ਕੋਲ ਕੁਛ ਨਹੀਂ ਆਉਂਦਾ। ਜੀ ਥੈਂਕ ਯੂ ਬੇਟਾ, ਅਤੇ ਬਾਈ ਜੀ ਮੁੰਡੇ ਨੂੰ ਵੀ ਥੈਂਕ ਯੂ। ਇਹ ਕਾਫੀ ਬੱਚੇ ਮੇਰੇ ਦੋਏ। ਜੀ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਦੀਪ ਐਂਡ ਕੰਗ ਸਾਹਿਬ ਆਪ ਜੀ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਿੱਖੋ ਸਾਹਿਬ। ਕੰਗ ਸਾਹਿਬ ਨਾਲ ਦੀ ਨਾਲ ਹੀ ਲੋਹੜੀ ਤੇ ਆਪਣੇ ਦੂਜੇ ਗੁਰੂ ਸਾਹਿਬ ਦੇ ਮਾਗੀ ਦਾ ਜਿਹੜਾ ਵਾਹਿਗੁਰੂ ਮਾਗੀ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ 40 ਲੋਕਾਂ ਦੇ ਸਤਿਕਾਰ ਚ ਸਲਾਮ, ਉਹਨਾਂ ਨੂੰ ਨਮਸਕਾਰ ਕਰਦੇ ਆ ਜੀ। ਜੀ ਜੀ ਜੀ। ਗੱਲ ਚੱਲਦੀ ਆ ਜੀ ਰਾਹੁਲ ਗਾਂਧੀ ਦੀ, ਤੇ ਜਿਹੜੇ ਮਿਨਿਸਟਰ ਪੂਰੇ ਹੋ ਗਏ ਉਹਨਾਂ ਦੀ ਜੀ। ਕੁਛ ਦੇਖੋ ਜੀ, ਉਹ ਕੱਲ ਪੂਰੇ ਹੋਏ ਆ ਤੇ ਘਰਦਿਆਂ ਨੂੰ ਹਜੇ ਰੋਣ ਚੱਜ ਨਾਲ ਦਿੱਤਾ ਜਾਂਦਾ, ਤੇ ਹੁਣ ਸਾਰਿਆਂ ਨੂੰ ਫਿਕਰ ਪੈ ਗਿਆ ਸਾਰੀਆਂ ਪਾਰਟੀਆਂ ਨੂੰ ਜਿਹੜਾ ਬੰਦਾ ਖੜੂਗਾ ਉਹ ਕਿਹੜਾ ਖੜੂਗਾ। ਇਹ ਕਿੱਡੀ ਮਤਲਬ ਦੁਖਦਾਈ ਗੱਲ ਹੈ, ਇਹ ਕਿੱਡਾ ਤੀਵਰ ਮਤਲਬ ਹੈਗਾ ਇਹ ਲੋਕਾਂ ਦਾ ਰਿਜ਼ਲਟ ਜਾਂ ਜਿਹੜੇ ਚੱਲ ਸਕਦੇ ਆ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ। ਸਤਿ ਸ਼੍ਰੀ ਅਕਾਲ ਬੰਦੇਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਕੰਗਿਆਂ ਨੂੰ ਵੀ।
ਜੀ ਦੇਖੋ ਗੱਲ ਇਹ ਆ ਵੀ ਕਾਰ ਨੂੰ ਬੜਾ ਇਹਨਾਂ ਫਾਇਦਾ ਨਹੀਂ ਹੋਣਾ ਹੈਗਾ, ਕਹੀ ਨਾ ਵੀ ਕਾਰ ਨੂੰ ਜਿੱਤਣਾ ਪਰ ਨਿਕਲੀ ਜਾਊ, ਮਾੜਾ ਫਰਕ ਰਹੇਗਾ ਛੀਟਾ ਹੋਟਾ ਉਹ ਨਹੀਂ ਬੜਾ ਇਹਨਾਂ ਨੂੰ ਫਰਕ ਪੈਣਾ ਹੈਗਾ। ਬਾਕੀ ਯਾਰ ਟੋਟ ਐਸਾ ਉਹ ਨਹੀਂ ਚਾਹੀਦਾ। ਦੇਖੋ ਸਰਕਾਰ ਦਾ ਹੀ ਖਤਰਾ ਹੈ, ਫਿਰ ਜੇ ਇਹ ਠੇਕੇ ਦੇ ਕੰਮ ਕਰਾਉਣਾ ਹੈ ਫਿਰ 100 ਬੰਦਾ ਚੁਣ ਕੇ ਜਾਣ ਦੀ ਲੋੜ ਹੀ ਕੋਈ ਨਹੀਂ ਉੱਥੇ, ਉਹਨਾਂ ਖਰਚਾ ਕਾਹਦੇ ਪਾਉਣਾ ਜੀ ਬਿਲਕੁਲ, ਇਹ ਟੈਕਸ ਬਿਲਕੁਲ ਨਹੀਂ ਚਾਹੀਦਾ। ਤੇ ਬਾਕੀ ਜਿਹੜਾ ਇਹਨਾਂ ਨੇ ਸਰਕਾਰ ਨੇ ਕੀਤਾ ਸੈਂਟਰ ਵਾਲਿਆਂ ਨੇ ਲੋਹ ਰੋਪ ਵਾਲਾ, ਇਹ ਬਹੁਤ ਮਾੜੀ ਗੱਲ ਆ। ਦੇਖੋ ਕਿੰਨੀ ਅੰਗਰੇਜ਼ਾਂ ਨਾਲ ਵੀ ਪਹੁੰਚ ਰਹੇ ਨੇ ਆਪਣੇ ਲੋਕ ਪੰਜਾਬੀ, ਫਰਾਂਸ ਵੀ ਲੜਾਈਆਂ ਨੇ ਕਿ ਕਿਸੇ ਨੇ ਵੀ ਇਹ ਪੱਗ ਦੇ ਉੱਪਰ ਦੀ ਕੋਈ ਚਰਖੀ ਚਾੜੀ ਨਹੀਂ ਹੈ। ਆਪਣੇ ਅਮਰੀਕਾ ਹੁਣ ਵੀ ਫੌਜ ਹੈਗੇ ਨੇ, ਉੱਥੇ ਵੀ ਇਹਨਾਂ ਨੂੰ ਕਾਨੂੰਨੀ ਹੱਕ ਮਿਲ ਗਿਆ ਹੈ ਸਾਰਿਆਂ ਨੂੰ ਵੀ ਪੱਗ ਦੇ ਉੱਪਰ ਕੋਈ ਚੀਜ਼ ਨਹੀਂ ਲੋਕ ਨਹੀਂ। ਇਹ ਹੁਣ ਸੈਂਟਰ ਵਾਲੇ ਖਾਨੇ ਕਿਉਂ ਇਹ ਬਦਲਾ ਲੈ ਰਹੇ ਨੇ, ਕਿਸੇ ਗੱਲ ਦਾ ਲੈਂਦੇ ਨੇ, ਇਹਨਾਂ ਨੂੰ ਨਹੀਂ ਚਾਹੀਦਾ ਇਹ ਕੰਮ ਕਰਨਾ। ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾ ਕੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਆਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਨੇਡਾ ਤੋਂ ਬੋਲਣਾ, ਹਰਭਜਨ ਸਿੰਘ ਜੀ। ਹਰਭਜਨ ਜੀ ਸਵਾਗਤ ਹੈ ਜੀ। ਹਾਂਜੀ, ਤੁਹਾਨੂੰ ਨਵੇਂ ਸਾਲ ਦੀ ਦੋਵਾਂ ਨੂੰ ਬੜੀ ਬੜੀ ਵਧਾਈ ਹੋਵੇ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਜੀ। ਅੱਛਾ ਜੀ, ਜਿਹੜਾ ਕਾਂਗਰਸ ਦਾ ਬਾਨੀ ਸੀ ਪੰਡਿਤ ਨਹਿਰੂ, ਉਹਨੂੰ ਪਤਾ ਸੀ ਕਿ ਯੂਨਾਈਟਿਡ ਇੰਡੀਆ 'ਚ ਮੈਂ ਪ੍ਰਾਈਮ ਮਿਨਿਸਟਰ ਨਹੀਂ ਬਣਨਾ, ਇਸ ਕਰਕੇ ਉਹਨੇ ਮੁਸਲਿਮ ਲੀਗ ਦੀਆਂ ਜਾਇਜ਼ ਮੰਗਾਂ ਨਾ ਮੰਨ ਕੇ ਤੇ ਮੁਲਕ ਦੀ ਤਕਸੀਮ ਕਰਾ ਦਿੱਤੀ ਤੇ ਪਾਕਿਸਤਾਨ ਬਣ ਗਿਆ। ਉਹਨੇ ਮੁਸਲਮਾਨਾਂ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਕੱਟ ਕੇ ਰੱਖ ਦਿੱਤਾ। ਤੇ ਫਿਰ ਉਦੋਂ ਬਾਅਦ 1947 ਚ ਹਿੰਦੂਆਂ ਸਿੱਖਾਂ 'ਚ ਇੱਕ ਬੜਾ ਪਿਆਰ ਸੀ ਆਪਸ 'ਚ, ਇੱਕ ਦੂਸਰੇ ਦੇ ਸਾਹ ਲੈਂਦੇ ਹਨ ਤੇ ਹਿੰਦੂ ਆਪਣੇ ਵੱਡੇ ਮੁੰਡੇ ਨੂੰ ਸਿੱਖ ਬਣਾਉਂਦੇ ਹੁੰਦੇ ਸਨ। ਤੇ ਪੰਡਤ ਜੀ ਨੇ ਤੇ ਕਾਂਗਰਸ ਨੇ ਸਾਰੇ ਸੂਬੇ ਤੇ ਬਣਾ ਦਿੱਤੇ ਤੇ ਪੰਜਾਬੀ ਸੂਬੇ ਵਾਰੀ ਉਹ ਆਖਣ ਲੱਗਾ ਵੀ ਇਹ ਬਣਾਉਣ ਨਾਲ ਉਹਨੂੰ ਮੈਂ ਸਿਵਲ ਵਾਰ ਨੂੰ ਤਰਜੀਹ ਦਿਆਂਗਾ, ਪੰਡਤ ਨਹਿਰੂ ਨੇ। ਤੇ ਇਹਨੇ ਪੰਜਾਬੀ ਸੂਬੇ ਨੂੰ ਹੂਆ ਬਣਾ ਕੇ ਤੇ ਏਡੀ ਜ਼ਬਰਦਸਤ ਐਂਟਾਈ ਸਿੱਖ ਤੇ ਐਂਟਾਈ ਪੰਜਾਬੀ ਹਵਾ ਸਾਰੇ ਮੁਲਕ 'ਚ ਚਲਾ ਦਿੱਤੀ ਨਾ ਕਿ ਸਿੱਖਾਂ ਦਾ ਬੱਚਾ ਹਿੰਦੂਆਂ ਦਾ ਵੈਰੀ ਬਣ ਗਿਆ। ਹੁਣ ਦੱਸੋ, ਹਿੰਦੂਆਂ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਆਪਸ 'ਚ ਲੜਾ ਕੇ ਤੇ ਇਹ ਹੁਣ ਆਂਦੇ ਨੇ ਇਹ ਯਾਤਰਾ, ਮੈਂ ਤੇ ਆਖਾਂਗਾ ਇਹ 900 ਚੂਹਾ ਖਾ ਕੇ ਤੇ ਬਿੱਲੀ ਹਾਜ਼ਰ ਨੂੰ ਚੱਲੀ। ਪਹਿਲੋਂ ਇਹ ਕਾਂਗਰਸ ਪੰਜਾਬੀ ਸੂਬੇ ਨੂੰ ਹਵਾ ਬਣਾ ਕੇ ਤੇ ਇਹਨਾਂ ਪੰਜਾਬ ਦੇ ਹਿੰਦੂਆਂ ਨੂੰ ਖਾਧਾ ਬੜਾ ਇਹਨਾਂ ਕਾਂਗਰਸੀ ਸਿੱਖਾਂ ਨੇ। ਤੇ ਹੁਣ ਇਹ ਕਾਂਗਰਸੀ ਸਿੱਖ ਹੁਣ ਖਾਲਿਸਤਾਨ ਨੂੰ ਹਵਾ ਬਣਾ ਕੇ ਤੇ ਪੰਜਾਬ ਦੇ ਹਿੰਦੂਆਂ ਨੂੰ ਖਾਂਦੇ ਤੇ ਪੰਜਾਬ ਦਾ ਹਿੰਦੂ ਪੜ੍ਹਿਆ ਲਿਖਿਆ ਵੈ ਸਭ ਕੁਝ, ਉਹ ਫਿਰ ਇਹਨਾਂ ਦੇ ਮਗਰ ਲੱਗ ਜਾਂਦਾ ਵਾ। ਮੈਂ ਤੇ ਆਖਾਂਗਾ ਇਸ ਯਾਤਰਾ ਨੂੰ ਇਹ ਹੋਈ ਵੀ ਇਹ 900 ਚੂਹਾ ਖਾ ਕੇ ਤੇ ਬਿੱਲੀ ਹਾਜ਼ਰ ਨੂੰ ਚੱਲੀ। ਜੀ ਸ਼ੁਕਰੀਆ ਹਰਭਜਨ ਜੀ। ਧੰਨਵਾਦ ਹਰਭਜਨ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਤਾਂ ਇੱਕ ਕਾਲਰ ਸਨ ਬਲਦੀਪ ਜੀ ਜੋ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਵੱਖੋ ਵੱਖਰੀਆਂ ਆਪਣੀਆਂ ਰਾਇਜ਼ ਦਿੱਤੀਆਂ। ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਖਾਸ ਤੌਰ ਤੇ ਜਿਵੇਂ ਆਪਾਂ ਅੱਜ ਗੱਲ ਕਰ ਹੀ ਰਹੇ ਨੇ, ਸਾਡੇ ਕਾਲਰ ਨੇ ਵੀ ਜ਼ਿਕਰ ਕੀਤਾ, ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕੀਤਾ, ਔਰ ਡੈਫੀਨੇਟਲੀ ਜਿਵੇਂ ਇਹਨਾਂ ਨੇ ਗੱਲ ਕਹੀ ਹੈ ਪਹਿਲਾਂ ਤੋਂ ਪੰਜਾਬੀ ਸੂਬੇ ਦੇ, ਖੈਰ ਚਲੋ ਅੱਜ ਦਾ ਆਪਣਾ ਇਹ ਟੌਪਿਕ ਤਾਂ ਨਹੀਂ ਸੀ, ਆਪਾਂ ਯਾਤਰਾ ਤੱਕ ਦੀ ਗੱਲ ਜਿਹੜੀ ਲਈ ਸੀ, ਪਰ ਚਲੋ ਜੇ ਅਗਰ ਗੱਲ ਕਰ ਵੀ ਰਹੇ ਨੇ ਤਾਂ ਉਹ ਇਹ ਹੈ ਕਿ ਬਿਲਕੁਲ 47 ਤੋਂ ਪਹਿਲਾਂ ਸਿੱਖਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਕੁਝ ਕਿ ਜਿਹੜਾ ਕਿ ਉਹਨਾਂ ਨੂੰ ਆਜ਼ਾਦ ਖਿੱਤਾ ਦਿੱਤਾ ਜਾਊਗਾ, ਪਰ ਉਹਨਾਂ ਵਾਅਦਿਆਂ ਦੇ ਉੱਪਰ ਮੁੜ ਕੇ ਕਿਸੇ ਨੇ ਅਮਲ ਨਹੀਂ ਕੀਤਾ। ਇਸ ਤੋਂ ਬਾਅਦ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਵੀ ਕਾਫੀ ਜ਼ਿਆਦਾ ਜਿਹੜੇ ਨੇ ਉਹ ਇਸ ਨੂੰ ਲੈ ਕੇ ਰਹੇ, ਜਿਹੜੇ ਨਾਰਾਜ਼ ਰਹੇ ਕਾਂਗਰਸ ਦੇ ਨਾਲ, ਉਸ ਵੇਲੇ ਦੀ ਸਰਕਾਰ ਦੇ ਨਾਲ। ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਬਣਿਆ ਕੁਛ ਨਹੀਂ ਹੈਗਾ। ਜੇ ਆਪਾਂ ਪੰਜਾਬੀ ਸੂਬਾ ਵੀ ਬਣਿਆ ਤਾਂ ਉਹ ਲੜ ਝਗੜ ਕੇ ਹੀ ਬਣਿਆ, ਉਹਦੇ 'ਚ ਵੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਉਹਨਾਂ 'ਚ ਹੇਰ ਫੇਰ ਹੋਈ ਹੈ। ਤਾਂ ਖੈਰ ਚਲੋ, ਭਾਰਤ ਜੋੜੋ ਯਾਤਰਾ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਰੱਖੀ ਹੈ। ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ। ਬਿਲਕੁਲ, ਤੇ ਜਿਹੜੀ ਅਗਲੀ ਖਬਰ ਹੈ ਉਹ ਹੈ ਕਿ ਸਿੱਖ ਫੌਜੀਆਂ ਲਈ ਹੈਲਮਟ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਹੈਲਮਟ ਨੂੰ ਲੈ ਕੇ ਪਿਛਲੇ ਹਫ਼ਤੇ ਦੇ ਦੌਰਾਨ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਹਰ ਕੋਈ ਇਸ ਗੱਲ ਦਾ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ। ਜੇ ਗੱਲ ਕੀਤੀ ਜਾਵੇ ਸਾਬਕਾ ਫੌਜੀਆਂ ਦੀ ਤਾਂ ਉਹਨਾਂ ਵੱਲੋਂ ਵੀ ਇਸ ਗੱਲ ਦਾ ਵਿਰੋਧ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਲੋਕ ਜੋ ਸਾਨੂੰ ਸਮਝਦੇ ਨਹੀਂ ਸੀ, ਉਹ ਲੋਕ ਜਿਨ੍ਹਾਂ ਨੂੰ ਦਸਤਾਰ ਦੀ ਅਹਿਮੀਅਤ ਤੱਕ ਨਹੀਂ ਸੀ ਪਤਾ, ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾਈ। ਤੇ ਸ਼ਾਇਦ ਉਹ ਅੰਗਰੇਜ਼ਾਂ ਦੀ ਗੱਲ ਕਰ ਰਹੇ ਸੀ ਕਿ ਉਸ ਸਮੇਂ ਦੇ ਵਿੱਚ ਵੀ ਇਹ ਹੈਲਮਟ ਨੂੰ ਤਰਜੀਹ ਨਹੀਂ ਸੀ ਦਿੱਤੀ ਗਈ, ਪਰ ਅੱਜ ਸਭ ਨੂੰ ਪਤਾ ਹੈ ਕਿ ਸਿੱਖ ਦੇ ਲਈ ਦਸਤਾਰ ਦਾ ਕੀ ਮਹੱਤਵ ਹੈ। ਤੇ ਉਸ ਦੇ ਲਈ ਜੇ ਗੱਲ ਕਹੀ ਜਾਂਦੀ ਹੈ ਕਿ ਸ਼ਾਇਦ ਉਹਨਾਂ ਦੀ ਸੇਫਟੀ ਦੇ ਲਈ ਹੈ, ਜਾਂ ਬਹੁਤ ਸਾਰੀਆਂ ਐਸੀਆਂ ਤਰਜ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਲਗਾਤਾਰ ਵਿਰੋਧ ਹੋ ਰਿਹਾ। ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਤੇ ਹੋਰ ਤਾਂ ਹੋਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਵੀ ਇਸ ਗੱਲ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਤੁਸੀਂ ਇਸ ਮਾਮਲੇ ਦੇ ਵਿੱਚ ਆਪਣਾ ਦਖਲ ਜ਼ਰੂਰ ਦਿਓ।
ਬਿਲਕੁਲ ਨਦੀਪ ਜੀ, ਜਿਹੜਾ ਇਹ ਮਸਲਾ ਭਖਿਆ ਹੈਲਮਟ ਲੋ ਟੋਪ ਜਿਹੜਾ ਉਹ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ। ਸਿੱਖ ਫੌਜੀਆਂ ਦੇ ਲਈ ਵਿਸ਼ੇਸ਼ ਤੌਰ ਤੇ, ਵਿਸ਼ੇਸ਼ ਕਰਕੇ ਇੱਕ ਵੱਖਰੇ ਤੌਰ ਤੇ ਹੈਲਮਟ ਲਿਆਉਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਉਸ ਨੂੰ ਹਾਲ ਦੀ ਘੜੀ ਤੱਕ ਜੋ ਕਿਹਾ ਜਾ ਰਿਹਾ ਉਹ ਇਹ ਕਹਿ ਰਹੇ ਹੈ ਕਿ ਉਸ ਨੂੰ ਪੱਗ ਦੇ ਉੱਪਰ ਦੀ ਹੀ ਪਾਇਆ ਜਾਏਗਾ, ਪੱਗ ਦੇ ਉੱਪਰ ਦੀ ਪਾਇਆ ਜਾਏਗਾ ਔਰ ਤਰਕੇ ਦੇ ਰਹੇ ਨੇ ਕਿ ਜਿਹੜੀ ਗੋਲੀਬਾਰੀ ਹੁੰਦੀ ਹੈ ਜਾਂ ਹੈਵੀ ਗਨਸ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦੇ ਫਾਇਰ ਤੋਂ ਜਿਹੜਾ ਉਹ ਸਿਰ ਨੂੰ ਜਿਹੜਾ ਉਹਦੀ ਪ੍ਰੋਟੈਕਸ਼ਨ ਹੋਏਗੀ ਫੌਜੀਆਂ ਦੇ, ਸਿੱਖ ਫੌਜੀਆਂ ਦੇ। ਔਰ ਇਹ ਤਰਕ ਦੇ ਕੇ ਜਿਹੜਾ ਉਹ ਸਰਕਾਰ ਹੈ ਉਹ ਲਿਆਉਣ ਦੀ ਤਜਵੀਜ਼ ਉਹਨਾਂ ਨੇ ਪੇਸ਼ ਕੀਤੀ ਹੈਗੀ ਹੈ ਕਿ ਜਲਦ ਹੀ ਸਿੱਖ ਫੌਜੀਆਂ ਦੇ ਲਈ ਇਹ ਹੈਲਮਟ ਜਿਹੜੇ ਨੇ ਉਹ ਲਿਆਂਦੇ ਜਾਣਗੇ। ਆਪਾਂ ਨੂੰ ਪਤਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰ ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਹੁਣ ਲਗਾਤਾਰ ਸਿਆਸੀ ਪਾਰਟੀਆਂ ਨੇ ਜਿਹੜੀਆਂ, ਈਵਨ ਕਿ ਬੀਜੇਪੀ ਦੇ ਵਿੱਚੋਂ ਵੀ ਲੀਡਰ ਨੇ ਜਿਹੜੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ, ਕਹਿ ਰਹੇ ਨੇ ਕਿ ਇਹ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਆ। ਸੁਖਬੀਰ ਬਾਦਲ ਦਾ ਤੁਸੀਂ ਜ਼ਿਕਰ ਕੀਤਾ, ਮਾਘੀ ਦੇ ਮੇਲੇ ਦੇ ਉੱਪਰ ਜਿਹੜਾ ਉਹ ਕਾਨਫਰੰਸ ਕੀਤੀ ਹੈਗੀ ਆ ਤੇ ਉੱਥੇ ਉਹਨਾਂ ਨੇ ਬੀਜੇਪੀ ਤੇ ਵੈਸੇ ਵੀ ਨਿਸ਼ਾਨੇ ਸਾਧੇ ਨੇ, ਤੇ ਉੱਦਾਂ ਵੀ ਆਪਾਂ ਇਸ ਦੀ ਗੱਲ ਕਰੀਏ ਪਾਰਟਿਕੂਲਰ ਮਸਲੇ ਦੀ, ਹੈਲਮਟ ਵਾਲੇ ਦੀ, ਤਾਂ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਆ ਤੇ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਇਹ ਸਿੱਖ ਮਰਿਆਦਾ ਤੇ ਸਿੱਖ ਭਾਵਨਾ ਦੇ ਬਿਲਕੁਲ ਖਿਲਾਫ ਹੈਗਾ। ਪ੍ਰਧਾਨ ਮੰਤਰੀ ਮੋਦੀ ਦਾ ਖਾਸ ਤੌਰ ਤੇ ਦਖਲ ਮੰਗਿਆ ਕਿ ਇਸ ਦੇ ਵਿੱਚ ਦਖਲ ਦੇ ਕੇ ਇਸ ਤਜਵੀਜ਼ ਨੂੰ ਜਿਹੜਾ ਉਹ ਵਾਪਸ ਲਿਆ ਜਾਵੇ। ਹੈਲਮਟ ਜਿਹੜੇ ਨੇ ਉਹ ਸਿੱਖ ਫੌਜੀਆਂ ਲਈ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ SGPC ਦੀ, ਤਾਂ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਬਿਲਕੁਲ ਕਹਿ ਲਓ ਵੀ ਠੋਕਵੇਂ ਤਰੀਕੇ ਦੇ ਨਾਲ ਕਹੀ ਹੈਗੀ ਹੈ ਕਿ ਹੈਲਮਟ ਜਿਹੜੇ ਨਹੀਂ ਹੋਣੇ ਚਾਹੀਦੇ। ਔਰ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਜਾਂ SGPC ਕਹਿ ਲਈਏ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਲਈਏ, ਉਹਨਾਂ ਦਾ ਤਾਂ ਸਿੱਧਾ ਇਹ ਕਹਿਣਾ ਹੈ ਕਿ ਦਸਤਾਰ ਦੇ ਉੱਪਰ ਹਮਲਾ ਹੈ ਜਾਂ ਸਿੱਖ ਜਿਹੜੇ ਰਹਿਤ ਮਰਿਆਦਾ ਹੈਗੀ ਹੈ, ਜਿਸ ਤਰੀਕੇ ਨਾਲ ਵੀ ਜੋ ਸਿੱਖਾਂ ਦੀ ਦਸਤਾਰ ਹੈਗੀ ਆ ਉਹਦੇ ਉੱਪਰ ਇੱਕ ਤਰੀਕੇ ਦੇ ਨਾਲ ਹਮਲਾ ਉਹਨੂੰ ਦੱਸਿਆ ਜਾ ਰਿਹਾ ਸਿੱਖ ਜਥੇਬੰਦੀਆਂ ਦੇ ਵੱਲੋਂ, ਅਕਾਲੀ ਦਲ ਦੇ ਵੱਲੋਂ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਬੀਜੇਪੀ ਦੇ ਕੁਝ ਆਗੂ ਨੇ, ਹਰਜੀਤ ਸਿੰਘ ਗਰੇਵਾਲ ਕਹਿ ਲਈਏ ਜਾਂ ਮਨਜਿੰਦਰ ਸਿੰਘ ਸਿਰਸਾ ਨੇ, ਜਿਹੜੇ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀਗੇ, ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਕੇਂਦਰ ਸਰਕਾਰ ਨੂੰ ਇਸ ਬਾਰੇ ਜ਼ਰੂਰ ਕਵਾਂਗੇ ਤੇ ਹੈਲਮਟ ਜਿਹੜਾ ਉਹ ਨਹੀਂ ਸਿੱਖਾਂ ਦੇ ਲਈ ਆਉਣਾ ਚਾਹੀਦਾ, ਇਸ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਜੀ। ਸੋ ਇਹ ਚੀਜ਼ ਹੈਗੀ ਆ। ਪਰ ਇਹਦਾ ਆਪਾਂ ਉੱਦਾਂ ਹਿਸਟੋਰੀਕਲ ਪੱਖ ਦੇਖੀਏ ਤਾਂ ਹਿਸਟੋਰੀਕਲ ਪੱਖ ਇਹ ਹੈ ਜਿਸ ਨੂੰ ਬਾਰ-ਬਾਰ ਮੀਡੀਆ ਦੇ ਵਿੱਚ ਚਰਚਾ ਵੀ ਹੋਈ ਹੈ ਕਿ ਵਰਲਡ ਵਾਰ 2 ਦੇ ਦੌਰਾਨ ਜਦੋਂ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਸਿੱਖ ਫੌਜੀ ਸੀਗੇ ਤਾਂ ਉਸ ਵੇਲੇ ਬ੍ਰਿਟਿਸ਼ ਨੇ ਸਿੱਖਾਂ ਦੇ ਲਈ ਹੈਲਮਟ ਦੀ ਗੱਲ ਕਹੀ ਸੀ ਕਿ ਤੁਹਾਡੇ ਲਈ ਅਸੀਂ ਵਿਸ਼ੇਸ਼ ਤੌਰ ਤੇ ਹੈਲਮਟ ਜਿਹੜਾ ਉਹ ਤਿਆਰ ਕਰ ਦਾਂਗੇ, ਤੁਸੀਂ ਹੈਲਮਟ ਪਾ ਲਓ ਜੀ, ਕਿਉਂਕਿ ਹੈਵੀ ਸ਼ੈਲਿੰਗ ਹੋਏਗੀ ਜਾਂ ਗੋਲੀਬਾਰੀ ਹੋਏਗੀ। ਪਰ ਸਿੱਖਾਂ ਨੇ ਕਲੈਕਟਿਵਲੀ ਉੱਥੇ ਜਿਹੜਾ ਇਸ ਚੀਜ਼ ਨੂੰ ਨੋ ਕਿਹਾ ਸੀ, ਕਹਿੰਦੇ ਕਿ ਬਿਲਕੁਲ ਵੀ ਨਹੀਂ, ਅਸੀਂ ਪੱਗ ਦੇ ਉੱਪਰ ਦੀ ਕਦੇ ਵੀ ਜਿਹੜਾ ਉਹ ਹੈਲਮਟ ਨਹੀਂ ਪਾਵਾਂਗੇ। ਇਹ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਭੁਪਿੰਦਰ ਸਿੰਘ ਹਾਲੈਂਡ ਨੇ, ਇੱਕ ਹਾਲੈਂਡ ਦੇ ਵਿੱਚ ਰਹਿੰਦੇ ਨੇ, ਮੈਂ ਖੁਦ ਉਹਨਾਂ ਨੂੰ ਇੰਟਰਵਿਊ ਕੀਤਾ। ਉਹਨਾਂ ਨੇ ਵਰਲਡ ਵਾਰ 1 ਔਰ ਵਰਲਡ ਵਾਰ 2 ਦੇ ਵਿੱਚ ਜਿਹੜੇ ਫੌਜੀ ਲੜੇ ਸੀ, ਜਿਹੜੇ ਸ਼ਹੀਦ ਹੋਏ ਸੀ ਜਾਂ ਹੋਰ ਫੌਜੀ ਸੀਗੇ, ਉਹਨਾਂ ਦੇ ਸੰਬੰਧ ਦੇ ਵਿੱਚ 2 ਕਿਤਾਬਾਂ ਲਿਖੀਆਂ ਨੇ, 6 ਇਨ ਵਰਲਡ ਵਾਰ 1 ਤੇ 6 ਇਨ ਵਰਲਡ ਵਾਰ 2। ਉਹਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਮਿਲਦਾ ਕਿ ਬ੍ਰਿਟਿਸ਼ ਨੇ ਜਿਹੜਾ ਕਿਹਾ ਸੀਗਾ ਕਿ ਸਿੱਖ ਫੌਜੀਆਂ ਨੂੰ ਕਿ ਉਹ ਹੈਲਮਟ ਬਾਰੇ, ਪਰ ਸਿੱਖ ਫੌਜੀਆਂ ਨੇ ਨਾ ਕੀਤੀ ਹੈ। ਮੈਂ ਉਹਨਾਂ ਨਾਲ ਇੰਟਰਵਿਊ ਕੀਤਾ ਤਾਂ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਈ ਵਾਰ ਇਹ ਹੁੰਦਾ ਸੀ ਕਿ ਫਾਇਰਿੰਗ ਹੁੰਦੀ ਸੀ ਤਾਂ ਸਿੱਖਾਂ ਦੀਆਂ ਪੱਗਾਂ ਦੇ ਵਿੱਚੋਂ ਵੀ ਗੋਲੀਆਂ ਮਿਲੀਆਂ ਨੇ। ਮਤਲਬ ਹੁਣ ਕਹਿ ਲਓ ਕਿ ਚਲੋ ਉਸ ਵੇਲੇ ਜਿਹੜੀ ਫਾਇਰਿੰਗ ਸੀਗੀ ਉਹ ਉਨੀ ਬੰਦੂਕਾਂ ਜਿਹੜੀਆਂ ਸੀਗੀਆਂ ਉਨੀਆਂ ਐਡਵਾਂਸ ਨਹੀਂ ਸੀ, ਅੱਜ ਤਾਂ ਚਲੋ ਕਾਫੀ ਜ਼ਿਆਦਾ ਐਡਵਾਂਸ ਨੇ ਬੰਦੂਕਾਂ, ਤੇ ਉਹ ਕਹਿ ਲਓ ਵੀ ਜਿਹੜੀ ਗੋਲੀ ਹੈ ਉਹ ਪੱਗ ਨੇ ਜਿਹੜੀ ਆ ਰੋਕੀ ਹੈ। ਕਹਿੰਦੇ ਵੀ ਜਦੋਂ ਪੱਗ ਖੋਲਦੇ ਸੀ ਤਾਂ ਉਹਦੇ ਵਿੱਚੋਂ ਕਈ ਵਾਰ ਗੋਲੀਆਂ ਨਿਕਲਦੀਆਂ ਸੀਗੀਆਂ ਇਸ ਤਰੀਕੇ ਨਾਲ। ਤੋ ਇਹ ਵੀ ਇੱਕ ਹਿਸਟਰੀ ਹੈਗੀ ਹੈ, ਹਿਸਟੋਰੀਕਲ ਪੱਖ ਹੈਗਾ। ਮੈਂ ਭੁਪਿੰਦਰ ਸਿੰਘ ਹਾਲੈਂਡ ਨਾਲ ਇਸ ਬਾਰੇ ਗੱਲਬਾਤ ਕੀਤੀ ਔਰ ਇੰਟਰਵਿਊ ਵੀ ਕੀਤਾ ਸੀ ਉਹਨਾਂ ਦਾ। ਉਹਦੇ ਇੰਟਰਵਿਊ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਉਹ ਲੜੇ ਹੈਗੇ ਨੇ। ਔਰ ਵਿੰਸਟਨ ਚਰਚਿਲ ਜਿਹੜੇ ਕਿ ਪ੍ਰਧਾਨ ਮੰਤਰੀ ਸੀ ਉਸ ਵੇਲੇ, ਜੋ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਇਹ ਸਿੱਖ ਲੋਕ ਨੇ ਜਿਹੜੇ ਇਹ ਸਾਡੇ ਲਈ ਲੜੇ ਨੇ ਔਰ ਕਿਉਂ ਨਾ ਹੁਣ ਬ੍ਰਿਟੇਨ ਦੇ ਵਿੱਚ ਇਹਨਾਂ ਨੂੰ ਦਸਤਾਰ ਬੰਨਣ ਦੀ ਤੇ ਦਸਤਾਰ, ਹੈਲਮਟ, ਜਿਵੇਂ ਆਪਾਂ ਟ੍ਰੈਫਿਕ ਗੱਡੀ ਚਲਾਉਂਦੇ ਹਾਂ, ਮੋਟਰਸਾਈਕਲ ਚਲਾਉਂਦੇ ਹਾਂ, ਤਾਂ ਇਹਨਾਂ ਨੂੰ ਹੈਲਮਟ ਤੋਂ
ਪਾਉਣ ਦੀ ਜਿਹੜੀ ਹੈ ਉਹ ਆਜ਼ਾਦੀ ਦਿੱਤੀ ਜਾਵੇ, ਹੈਲਮਟ ਨਾ ਪਾਉਣ, ਇਹ ਦਸਤਾਰ ਬੰਨ੍ਹ ਕੇ ਹੀ ਆਪਣਾ ਮੋਟਰਸਾਈਕਲ ਜਾਂ ਹੋਰ ਚੀਜ਼ ਜਿਹੜੀ ਆ ਉਹ ਚਲਾ ਸਕਣ ਜੀ। ਤੋ ਇਹ ਤਾਂ ਗੱਲਾਂ ਦੇਖੋ ਪਹਿਲਾਂ ਦੀਆਂ ਚੱਲਦੀਆਂ ਆ ਰਹੀਆਂ ਨੇ। ਦੂਜਾ ਸਿੱਖ ਸਿਧਾਂਤ ਇਹ ਵੀ ਹੈ ਕਿ ਡੈਫੀਨੇਟਲੀ ਪੱਗ ਦੇ ਉੱਪਰ ਜਿਹੜਾ ਉਹ ਦਸਤਾਰ ਜਾਂ ਦਸਤਾਰ ਦੇ ਉੱਪਰ ਜਿਹੜਾ ਉਹ ਹੈਲਮਟ ਪਾਉਣਾ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਦੇ 'ਚ ਪ੍ਰਵਾਨ ਜਿਹੜਾ ਉਹ ਨਹੀਂ ਹੈਗਾ ਸਿੱਖਾਂ ਦੇ ਵਿੱਚ। ਪਰ ਹਾਂ, ਸੈਂਟਰ ਜ਼ਰੂਰ ਤਰਕ ਦਿੰਦਾ ਇਸ ਦੇ ਉੱਪਰ ਕਿ ਦੇਖੋ ਜੀ ਬਹੁਤ ਜ਼ਿਆਦਾ ਖਤਰਾ ਹੁੰਦਾ ਜਾਂ ਪਹਿਲਾਂ ਨਾਲੋਂ ਰਾਈਫਲਾਂ ਬਹੁਤ ਐਡਵਾਂਸ ਹੋ ਗਈਆਂ ਨੇ ਤੇ ਇਸ ਕਰਕੇ ਇਹਦੀ ਲੋੜ ਹੈਗੀ ਆ। ਜੀ ਬਿਲਕੁਲ। ਤੇ ਕਾਲਰ ਵੀ ਸਾਡਾ ਬਣ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਨਵੇਂ ਸਾਲ ਦੀਆਂ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਬਹੁਤ। ਤੁਹਾਨੂੰ ਬਹੁਤ ਬਹੁਤ। ਤੇ ਬੜਾ ਵਧੀਆ ਭਾਈ ਸਾਹਿਬ ਵਿਚਾਰ ਦੱਸ ਰਹੇ ਸੀ। ਤੇ ਉਹ ਤਾਂ ਹੈਲਮਟ ਚਲੋ ਨਹੀਂ, ਸਿੱਖ ਤੁਹਾਨੂੰ ਪਤਾ ਵੀ ਇੱਥੇ ਕੈਨੇਡਾ ਵਿੱਚ ਆਰਮੀ ਹੈਗੇ ਆ, ਤੇ ਮੈਂ ਤਾਂ ਕੈਲੀਫੋਰਨੀਆ ਤੋਂ ਬੋਲਦਾ ਸੀ ਜੀ ਜੀ ਜੀ, ਤੇ ਸੈਕਰਾਮੈਂਟੋ ਤੋਂ ਜੀ। ਤੇ ਪਰ ਜਿਹੜੇ ਦੂਜੇ ਆ ਆਪਣੇ ਇੱਥੇ ਅਮਰੀਕਾ ਵਿੱਚ ਵੀ ਹੈਗੇ, ਪੁਲਿਸ ਵਿੱਚ ਕੰਮ ਕਰਦੇ, ਆਰਮੀ 'ਚ ਵੀ ਆ ਸਾਰੇ, ਹਰ ਇੱਕ ਪੱਗ ਬੰਨ੍ਹਦੇ ਆਪਣੀ। ਤੇ ਉਹ ਇਸ ਤਰ੍ਹਾਂ ਕਰਕੇ ਤਾਂ ਆਪਣੇ ਉਹ ਤਾਂ ਨਹੀਂ ਹੋਣਾ ਚਾਹੀਦਾ, ਨਾ ਹੋਣ ਹੀ ਦੇਣਾ ਇਹਨਾਂ ਨੇ। ਚਲੋ ਦੇਖੋ ਅੱਗੇ ਕੀ ਹੁੰਦਾ। ਬਾਕੀ ਜਿਨ੍ਹਾਂ ਨੇ ਇਹਨਾਂ ਨੇ ਕੀਤਾ, ਦੂਜੀ ਗੱਲ ਕੀਤੀ ਸੀ ਬੰਦਿਆਂ ਨੇ, ਕਾਫੀ ਸਿਆਣੇ ਬੰਦਿਆਂ ਦੇ ਵਿਚਾਰ ਮੈਂ ਸੁਣਦਾ ਸੀ, ਉਹ ਪੁਰਾਣੀਆਂ ਗੱਲਾਂ ਲਈ ਫਿਰਦੇ, ਉਹ ਨਹਿਰੂ ਦੀਆਂ ਹੋਰ ਕਿਸੇ ਦੀਆਂ। ਤੇ ਭਾਈ ਸਾਹਿਬ ਨਹੀਂ ਨਵੇਂ ਆ, ਉਹਨਾਂ ਨੂੰ ਪਤਾ ਸਾਰਾ। ਤੇ ਉਹ ਟੂਲ ਪਲਾਜੇ ਵੀ ਨਹੀਂ ਹੋਣੇ ਚਾਹੀਦੇ, ਕਿਉਂਕਿ ਮੈਂ ਕਈ ਵਾਰੀ ਇੱਥੋਂ ਜਾਂਦਾ, ਇੱਥੋਂ ਛੁੱਟੀ ਹੁੰਦੀ ਆ, ਉਹ ਜਿਹੜਾ ਲੋਡੋ ਵਾਲਾ ਪੁਲ ਆ ਉੱਥੋਂ ਲੰਘੀ ਦਾ ਆ, ਤੇ ਉੱਥੇ ਉਹ ਮੇਰੇ ਨਾਲ ਦੇ ਨੇ ਪੈਸੇ ਦੇਣ ਦਿੰਦੇ, ਮੇਰੇ ਬ੍ਰਦਰ ਲਾ ਨੇ ਕਿਸੇ ਨੇ ਵੀ, ਤਾਂ ਮੈਨੂੰ ਤਕਲੀਫ ਹੁੰਦੀ ਆ ਉਹ 200 ਰੁਪਈਆ ਦੇਣ ਦੀ, ਜਾਂ ਕਿਉਂਕਿ ਮੈਂ ਕਹਿੰਦਾ ਵੀ ਨਜਾਇਜ਼ ਆ। ਕਿਉਂਕਿ ਇੱਥੇ ਇੰਨੇ ਵਧੀਆ ਟੂਲ ਬਣੇ ਅਮਰੀਕਾ 'ਚ, ਬੇ ਬ੍ਰਿਜ ਬਣਿਆ, ਕਿੰਨਾ ਪੈਸਾ ਖਰਚਿਆ ਉਹਨਾਂ ਨੇ ਉੱਤੇ, $4-5 ਟੂਲ ਆ, ਕਿਉਂਕਿ ਉਹਨਾਂ ਨੇ $1 ਬਿਲੀਅਨ ਖਰਚਾ ਕੀਤਾ ਉੱਤੇ, ਪਤਾ ਵੀ ਲੱਗਦਾ ਕਿ ਬ੍ਰਿਜ ਬਣਾਇਆ ਉਹਨਾਂ ਨੇ। ਤੇ ਦੂਸਰਾ ਮੈਂ ਇੱਕ ਇਤਰਾਜ਼ ਕਰਦਾ ਸੀ, ਛੋਟੀ ਗੱਲ ਕਰਦਾ, ਕਿ ਜਿਹੜੇ ਮੁਕਤਸਰ ਦਾ ਮਾਘੀ ਦਾ ਮੇਲਾ ਹੈ, ਉੱਥੇ ਮਤਲਬ ਅਸੀਂ ਸਾਡੇ ਗੁਰੂਆਂ ਦੇ ਉੱਥੇ ਟੁੱਟੀ ਗੰਢੀ ਸੀ, ਸ਼ਹਾਦਤ ਦਿੱਤੀ 40 ਸਿੰਘਾਂ ਨੇ। ਬਿਲਕੁਲ। ਇਹ ਦੇਖੋ ਇੰਨੇ ਬਸ਼ਰਮ ਲੋਕ ਆ, ਲੀਡਰ ਲੋਕ ਜਿਹੜੇ ਆ, ਇਹਨਾਂ ਨੇ ਮਤਲਬ ਉੱਥੇ ਦੇਖੋ ਕਾਨਫਰੰਸਾਂ ਕਰਦੇ ਜਾ ਕੇ, ਜਿੱਥੇ ਕਿ ਮੱਥਾ ਟੇਕਣ ਅਸੀਂ ਇਕੱਠੇ ਹੋ ਕੇ ਜਾ ਕੇ ਆਪਣੇ ਮਹਾਰਾਜ ਦੇ, ਗੁਰੂ ਮਹਾਰਾਜ ਜੀ ਨਾਲ ਦੁੱਖ ਸਾਡੇ ਲਈ ਚੱਲਿਆ, ਉਹਨਾਂ ਦੇ ਮਤਲਬ ਉਹਨਾਂ ਜਗ੍ਹਾ ਉੱਤੇ ਜਾ ਕੇ ਝੂਠ ਬੋਲ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਤੁਹਮਤਾਂ ਲਾ ਕੇ, ਯਾਨੀ ਇਹ ਮਤਲਬ ਇਹ ਬਿਲਕੁਲ ਇਹਨਾਂ ਨੇ ਯਾਨੀ ਆਪਣੀ ਸ਼ਰਮ ਲਾਈ ਆ। ਤੇ ਇਹ ਗੱਲਾਂ ਵੱਲ ਹੁੰਦੀਆਂ, ਇਹਨਾਂ ਨੂੰ ਸਮਝਣਾ ਜਿਹੜਾ ਕਿ ਕਿਹੜੀ ਜਗ੍ਹਾ ਤੇ ਬੋਲਣਾ ਹੈ, ਔਰ ਬਿਲਕੁਲ ਗਵਰਨਮੈਂਟ ਜਿਹੜੀ ਪੰਜਾਬ ਸਟੇਟ ਗਵਰਨਮੈਂਟ ਨੂੰ ਬੰਦ ਕਰਨਾ ਚਾਹੀਦਾ ਇਹਨਾਂ ਨੂੰ। ਤੁਸੀਂ ਇਹ ਗੱਲ ਨਹੀਂ ਕਰ ਸਕਦੇ, ਆਓ ਮੱਥਾ ਟੇਕੋ, ਆਪੇ ਗੱਲਬਾਤ ਕਰੋ, ਜਾਓ ਜੀ। ਇਸ ਤਰ੍ਹਾਂ ਕਰਕੇ ਬਾਕੀ ਜਿਹੜੀਆਂ ਦੁਨੀਆ ਹੈਗੀ ਆ, ਕਈ ਗੱਲਾਂ ਕਰਦੇ ਇਦਾਂ ਹੋ ਗਿਆ, ਪਰ ਅੱਜ ਦਾ ਯੁੱਗ ਤਾਂ ਹੁਣ ਨਵੇਂ ਤੁਹਾਡੇ ਵਰਗੇ ਮੁੰਡਿਆਂ ਦਾ ਯੁੱਗ ਆ, ਤੇ ਉਹ ਯੁੱਗ ਦੇ ਹਿਸਾਬ ਨਾਲ ਗਵਰਨਮੈਂਟਾਂ ਨੂੰ ਕਹਾਂ ਕਿੱਦਾਂ ਵੋਟਿੰਗ ਕਰਨੀ ਹੈ ਕਿਸੇ ਨੇ। ਹੁਣ ਜਿਹੜੇ ਅਸੀਂ ਸੀਗੇ, ਸਾਡੇ ਬਜ਼ੁਰਗ ਸੀ, ਉਹ ਅਕਾਲੀ ਪਾਰਟੀ ਨੂੰ ਬਹੁਤ ਸਮਰਥਨ ਕਰਦੇ ਸੀ, ਅਕਾਲੀ ਪਾਰਟੀ ਇਦਾਂ ਹੈ, ਅਸੀਂ ਵੀ ਕਰਦੇ ਰਹੇ, ਨਹੀਂ ਜੀ ਉਹਨਾਂ ਨੂੰ ਵੋਟ ਪਾਉਣੀ, ਬਾਦਲ ਨੂੰ ਪਾਉਣੀ, ਜੋ ਮਰਜ਼ੀ ਆ। ਪਰ ਹੁਣ ਤੁਸੀਂ ਦੇਖ ਲਓ, ਮੁੰਡੇ ਉਹ ਬੁੱਢੇ ਮਰ ਗਏ, ਕੁਝ ਬੁੱਢੇ ਹੋ ਗਏ, ਗਾਂ ਜੰਗ ਮੁੰਡੇ ਆ ਗਏ, ਤੇ ਉਹ ਮਤਲਬ ਇਹਨਾਂ ਨੇ ਵੋਟ ਹੀ ਨਹੀਂ ਪਾਈ ਕਿਸੇ ਨੂੰ, ਕਿਉਂਕਿ ਉਹ ਸਭ ਕੁਝ ਜਾਣਦੇ ਆ, ਸਭ ਕੁਝ ਸਮਝਦੇ ਆ ਉਹ। ਤੇ ਲਾਸਟ ਗੱਲ ਮੈਂ ਕਰਨਾ ਚਾਹੁੰਦਾ ਸੀ ਵੀ ਜਿਹੜੇ ਆਪਣੇ ਕੁਛ ਆਪਣੇ ਐਂਬੂਲੈਂਸ ਵਾਲਿਆਂ ਨੇ ਹੜਤਾਲ ਕੀਤੀ, ਕੁਛ ਕੀਤਾ, ਜਿੱਦਾਂ ਹੁਣ ਕੈਨੇਡਾ ਦੇ ਅਮਰੀਕਾ 'ਚ ਰੇਟ ਫਿਕਸ ਕੀਤਾ ਇਹਨਾਂ ਨੇ, $15 $16 ਮਿਨੀਮਮ ਵੇਜਸ ਆ, ਗੈਸ ਸਟੇਸ਼ਨ ਦੇ ਕੰਮ ਕਰਨਾ, ਲੀਕਰ ਦੇ ਕਰਨਾ, ਉਹ ਵੇਜਸ ਇੱਕ ਫਿਕਸ ਹੋਣੀ ਚਾਹੀਦੀ ਆ ਵੀ ਜਿਹੜਾ ਪ੍ਰਾਈਵੇਟ ਸਕੂਲ ਵਾਲਾ ਕੋਈ ਵੀ ਆ, ਉਹ ਵੀ ਆ ਸਰਕਾਰ ਦਾ ਆਹ ਵੇਜਸ ਆ, ਜਿਹੜੀ ਆਹ ਤਨਖਾਹ ਦੇਣੀ ਪੈਣੀ ਤੁਹਾਨੂੰ। ਆਪੇ ਲੋਕੀ ਹੜਤਾਲ ਨਾ ਕਰਨਗੇ, ਗਵਰਨਮੈਂਟ ਦਾ ਕੋਈ ਰੌਲਾ ਨਹੀਂ, ਭਾਵੇਂ ਪ੍ਰਾਈਵੇਟ ਕੰਪਨੀ ਆਵੇ, ਜਿਹੜਾ ਮਰਜ਼ੀ ਆਵੇ, ਬਿਲਕੁਲ, ਤੇ ਬਾਈ ਚੈੱਕ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ, ਤਾਂ ਕਿ ਉਹਨਾਂ ਨੂੰ ਪੈਨਸ਼ਨ ਮਿਲ ਗਿਆ, ਜਿੱਦਾਂ ਆਪਾਂ ਸਾਨੂੰ ਵੀ ਲੱਗੀ ਇੱਥੇ। ਥੈਂਕ ਯੂ ਜੀ। ਸ਼ੁਕਰੀਆ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸੰਮੇ ਵਾਲੀ ਜੀ। ਸੰਮੇ ਵਾਲੀ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਬੇਨਤੀ ਕੀ ਵੀ ਸਿੱਖ ਸਿਧਾਂਤ ਕਿੱਥੇ ਰਹਿ ਗਏ ਜੀ? ਜਿਵੇਂ ਮੰਦਰਾਂ 'ਚ ਆਰਤੀਆਂ ਹੁੰਦੀਆਂ ਨੇ, ਉਵੇਂ ਗੁਰਦੁਆਰੇ 'ਚ ਥਾਲੀਆਂ ਘਮਾਈ ਫਿਰਦੇ ਨੇ ਜੀ। ਜਿਵੇਂ ਮੰਦਰਾਂ ਦੇ ਵਿੱਚ VIP ਰਸਤੇ ਬਣੇ ਹੋਏ ਨੇ, ਉਵੇਂ ਗੁਰਦੁਆਰਿਆਂ 'ਚ ਬਣੇ ਹੋਏ ਨੇ ਜੀ VIP ਰਸਤੇ। ਫਿਰ ਰਾਜਾ ਰੰਕ ਬਰਾਬਰੀ ਕਿੱਥੇ ਰਹਿ ਗਈ ਜੀ? ਕਿੱਥੇ ਰਹਿ ਗਏ ਜੀ ਸਿੱਖ ਸਿਧਾਂਤ ਜੀ? ਬਾਕੀ ਜਿਨ੍ਹਾਂ ਦੇ ਬੱਚੇ ਉੱਥੇ ਜੰਗ ਦੇ ਮੈਦਾਨ 'ਚ ਮਰ ਜਾਂਦੇ ਨੇ ਨਾ ਜੀ, ਉਹਨਾਂ ਨੂੰ ਪੁੱਛਿਆ ਕਰੋ ਵੀ ਲੋਹ ਟੋਪ ਪਾਉਣਾ ਚਾਹੀਦਾ ਕਿ ਨਹੀਂ ਜੀ। ਗੱਲਾਂ ਬਹਿ ਕੇ ਪਾਸੇ ਲੀਡਰਾਂ ਦੇ ਨਾਂ ਇਹਨਾਂ ਨੇ ਬੱਚਿਆਂ ਨੇ ਜਾਣਾ ਹੁੰਦਾ ਜੀ ਫੌਜ 'ਚ, ਗੱਲਾਂ ਪਾਸੇ ਮਾਰ ਲੈਣੀਆਂ ਚੰਗੀਆਂ ਹੁੰਦੀਆਂ ਨੇ। ਬਾਕੀ ਰਹੀ ਗੱਲ, ਇੱਕ ਵੀਰ ਆਏ ਸੀ ਬਈ ਉਹ ਕਾਰਾਂ ਭਜਾਈ ਫਿਰਦੇ ਨੇ, ਪਿੰਡਾਂ 'ਚ ਕਿਹੜੇ ਬੱਸੂ ਲੱਗੇ ਹੋਏ ਨੇ ਜੀ, ਘੜੁੱਕੇ ਫਿਰਦੇ ਨੇ। ਸਾਡਾ ਨਹੀਂ ਜੀ ਕਰਦਾ ਜੀ ਅਸੀਂ ਵੀ ਕਿਸੇ ਰਿਸ਼ਤੇਦਾਰੀ ਤੇ ਜਾਈਏ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਾਲ ਹੈ ਜਿਹੜੀ ਡ੍ਰੌਪ ਹੋ ਗਈ ਹੈ, ਤਾਂ ਬਲਦੀਪ ਜੀ ਕੀ ਕਹਿਣਾ ਚਾਹੋਗੇ ਇਹਨਾਂ ਕਾਲਰਸ ਬਾਰੇ?
ਬਿਲਕੁਲ ਜਿਹੜੇ ਹੁਣ ਲਾਸਟ ਕਾਲਰ ਜਿਹੜੇ ਆਏ ਨੇ ਉਹਨਾਂ ਦੀ ਆਪਾਂ ਉੱਥੋਂ ਸ਼ੁਰੂਆਤ ਕਰ ਲੈਂਦੇ ਆ। ਜਿਹੜੀ ਇਹਨਾਂ ਨੇ ਉਹ ਪਹਿਲਾਂ ਕਾਲਰ ਕਹਿ ਕੇ ਗਏ ਸੀ, ਗੱਲਾਂ ਦੇ ਵਿੱਚ ਮੇਰੇ ਤੋਂ ਵੀ ਰਹਿ ਗਿਆ ਉਹ ਗੱਲ ਐਡਰੈਸ ਕਰਨੀ ਕਿ ਹਾਂ ਉਹ ਵਿੱਚ ਕਹਿ ਕੇ ਗਏ ਸੀ ਕਿ ਜਿਹੜਾ ਉਹ ਗੱਡੀ ਬੱਸਾਂ ਤੇ ਚੜੋ, ਗੱਡੀ ਤੇ ਚੜਨ ਦੀ ਕੀ ਲੋੜ ਹੈ, ਟੋਲ ਪਲਾਜ਼ਾ ਦੇਣਾ ਪੈਂਦਾ ਹੈਗਾ ਤੁਹਾਡਾ। ਮੈਂ ਤਾਂ ਬਿਲਕੁਲ ਇਹ ਕਿਹੜੀ ਗੱਲਾਂ 'ਚੋਂ ਗੱਲ ਹੈ ਦੱਸੋ ਵੀ ਜੇ ਕੋਈ ਬੰਦਾ ਹੁਣ ਗੱਡੀ ਲੈ ਲਈ ਹੈ, ਕਿਸੇ ਨੇ ਸਕੂਟਰ ਮੋਟਰਸਾਈਕਲ ਲੈ ਲਿਆ ਵੀ ਦੱਸੋ ਕੋਈ ਮਾੜੀ ਗੱਲ ਤਾਂ ਨਹੀਂ ਹੈ, ਉਹਦਾ ਵੀ ਪਰਿਵਾਰ ਹੈ ਜਾਂ ਉਹਨੇ ਵੀ ਮੀਂਹ ਕਣੀ ਦੇ ਵਿੱਚ ਠੰਡ ਦੇ ਵਿੱਚ ਉਹਨੇ ਕਿਤੇ ਇੱਧਰ ਉੱਧਰ ਜਾਣਾ ਹੈ, ਤਾਂ ਇਹ ਤਾਂ ਕੋਈ ਤੁਕ ਨਹੀਂ ਬਣਦੀ ਕਿ ਜੇ ਟੋਲ ਪਲਾਜ਼ੇ ਲੱਗੇ ਨੇ ਤਾਂ ਗੱਡੀ ਨਾਲ ਉਹ ਬੱਸ ਤੇ ਹੀ ਚੜੋ। ਤਾਂ ਇਹ ਤਾਂ ਕੋਈ ਜਿਹੜੀ ਆ ਉਹ ਤੁਕ ਨਹੀਂ ਬਣਦੀ ਹੈਗੀ ਆ। ਤੇ ਬਾਕੀ ਜਿਹੜਾ ਸਿਆਸੀ ਕਾਨਫਰੰਸ ਦਾ ਜ਼ਿਕਰ ਕੀਤਾ ਪਿਛਲੇ ਕਾਲਰ ਨੇ, ਉਹਨਾਂ ਦੇਖੋ ਕਾਨਫਰੰਸਾਂ ਦਾ ਆਪਾਂ ਕਹੀਏ ਤਾਂ ਪਹਿਲਾਂ ਸਭਾ ਦੇ ਜਿਹੜਾ ਸਰਹੰਦ ਫਤਿਹਗੜ੍ਹ ਸਾਹਿਬ ਸਭਾ ਲੱਗਦੀ ਹੁੰਦੀ ਸੀ, ਉੱਥੇ ਵੀ ਸਿਆਸੀ ਕਾਨਫਰੰਸਾਂ ਹੁੰਦੀਆਂ ਸੀ। ਹੁਣ ਕੁਝ ਸਾਲਾਂ ਤੋਂ ਜਿਹੜਾ ਉਹ ਕੰਮ ਜਿਹੜਾ ਉਹ ਘਟਿਆ ਹੈਗਾ ਜਾਂ ਬੰਦ ਹੋਇਆ, ਪਹਿਲਾਂ ਉੱਥੇ ਵੀ ਲੱਗਦੀਆਂ ਹੁੰਦੀਆਂ ਸੀਗੀਆਂ। ਹੁਣ ਮਾਘੀ ਦੇ ਮੇਲੇ ਤੇ ਜਿਹੜਾ ਉੱਥੇ ਸਿਆਸੀ ਕਾਨਫਰੰਸਾਂ ਲੱਗਦੀਆਂ ਨੇ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ। ਪਹਿਲਾਂ ਆਪਾਂ ਜ਼ਿਕਰ ਕਰਨ ਲੱਗੇ ਸੀ ਉਦੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ, ਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਉੱਥੇ ਸਿਆਸੀ ਕਾਨਫਰੰਸ ਕੀਤੀ ਹੈ, ਨਾਲ ਦੀ ਨਾਲ ਹੋਰ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਨਫਰੰਸ ਜਿਹੜੀ ਹੈ ਕੀਤੀ ਹੈਗੀ ਹੈ। ਤਾਂ ਖੈਰ ਇਹ ਗਤੀਵਿਧੀਆਂ ਤਾਂ ਜਿਹੜੀਆਂ ਸਿਆਸੀ ਉਹ ਅਕਸਰ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਉੱਥੇ ਸਿਆਸੀ ਪਾਰਟੀਆਂ ਕਰਦੀਆਂ ਨੇ। ਜੀ ਬਿਲਕੁਲ। ਤੇ ਇਸ ਤੋਂ ਨਾਲ ਹੀ ਵਧਾਂਗੇ ਅਗਲੀ ਖਬਰ ਵੱਲ ਜੇ ਗੱਲ ਕੀਤੀ ਜਾਵੇ ਗੈਂਗਸਟਰਵਾਦ ਨੂੰ ਲੈ ਕੇ, ਕਿ ਲਗਾਤਾਰ ਕੋਈ ਨਾ ਕੋਈ ਹਰ ਰੋਜ਼ ਖਬਰ ਐਸੀ ਦਿਲ ਨੂੰ ਝੰਜੋੜ ਦੇਣ ਵਾਲੀ ਹੁੰਦੀ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਕਿੱਥੇ ਰਹਿ ਰਹੇ ਹਾਂ, ਸਾਡੀ ਸੁਰੱਖਿਆ ਕਿੱਥੇ ਹੈ, ਲੋਕ ਕਿੱਥੇ ਸੁਰੱਖਿਅਤ ਨੇ। ਹੁਣ ਤਾਂ ਪੰਜਾਬ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਹਫ਼ਤੇ ਦੇ ਦੌਰਾਨ ਸਭ ਨੇ ਵੇਖੀਏ ਕਿ ਕਾਂਸਟੇਬਲ ਸੀਗੇ ਜਿਹੜੇ ਕੁਲਦੀਪ ਬਾਜਵਾ, ਉਹ ਗੈਂਗਸਟਰਾਂ ਦੇ ਮੁੱਠਭੇੜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਕਿ ਗੈਂਗਸਟਰਵਾਦ ਲਗਾਤਾਰ ਵੱਧ ਰਿਹਾ ਹੈ, ਗੈਂਗਸਟਰਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਤਾਂ ਡੱਕਿਆ ਜਾ ਰਿਹਾ ਹੈ, ਪਰ ਇਹਨਾਂ ਦੇ ਪਿੱਛੇ ਕੌਣ ਹੈ, ਆਖਿਰਕਾਰ ਇੰਨੀ ਭੀੜ ਦੇ ਵਿੱਚ ਕਿੱਥੋਂ ਉਮੜ ਰਹੇ ਨੇ, ਲਗਾਤਾਰ ਕਿੱਥੋਂ ਪੈਦਾ ਹੋ ਰਹੇ ਨੇ। ਕੋਈ ਪੰਜਾਬ ਦੇ ਇਧਰਲੇ ਏਰੀਏ 'ਚ ਲੱਭ ਜਾਂਦਾ, ਕੋਈ ਪੰਜਾਬ ਦੇ ਉਧਰਲੇ ਏਰੀਏ 'ਚ ਲੱਭ ਜਾਂਦਾ। ਸ਼ਰੇਆਮ ਗੱਡੀਆਂ ਖੋਹ ਕੇ ਲੈ ਜਾਂਦੇ ਨੇ, ਸ਼ਰੇਆਮ ਲੋਕਾਂ ਦੇ ਘਰਾਂ ਤੇ ਹਮਲਾ ਬੋਲ ਦਿੰਦੇ ਨੇ, ਸ਼ਰੇਆਮ ਲੋਕਾਂ ਨੂੰ ਕਤਲ ਕਰਕੇ ਲੱਗ ਜਾਂਦੇ ਨੇ। ਸੋ ਬਹੁਤ ਸਾਰਾ ਤਾਣਾ ਬਾਣਾ ਜਿਹੜਾ ਉਲਝਿਆ ਪਿਆ। ਸੋ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਇਹਨਾਂ ਚੀਜ਼ਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇ। ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਇੱਕ ਦਿਨ ਐਸਾ ਹੋ ਜਾਵੇਗਾ ਕਿ ਗੋਰੇ ਨੇ ਜਿਹੜੇ ਇੱਥੇ ਨੌਕਰੀ ਕਰਨ ਆਉਣਗੇ, ਜਿੱਦਾਂ ਸਾਡੇ ਪਹਿਲੇ ਕਾਲਰ ਨੇ ਵੀ ਇਹ ਗੱਲ ਕੀਤੀ ਸੀ। ਸੋ ਜੇ ਪੰਜਾਬ ਦੇ ਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਘਰ ਦੇ ਵਿੱਚ ਜਿੰਦੇ ਹੋ ਜਾਣਗੇ, ਕਿਉਂਕਿ ਜਿੰਦੇ ਤਾਂ ਅੱਜ ਵੀ, ਜੇ ਇੱਧਰਲੇ ਆਪਾਂ ਜਲੰਧਰ ਲੁਧਿਆਣੇ ਵਾਲੀ ਸਾਈਡ ਚਲੇ ਜਾਈਏ ਤਾਂ ਉੱਧਰਲੇ ਘਰਾਂ ਦੇ ਜਿੰਦੇ ਲੱਗੇ ਹੋਏ ਨੇ। ਪਰ ਹੁਣ ਤਾਂ ਮਾਲਵਾ ਖਿੱਤਾ ਵੀ ਹੈ ਬਿਲਕੁਲ ਖਾਲੀ ਹੋ ਗਿਆ, ਲੋਕ ਘਰ ਜ਼ਮੀਨਾਂ ਵੇਚ ਕੇ ਸਭ ਬਾਹਰ ਲੰਘਣ ਲੱਗ ਗਏ ਨੇ ਕਿ ਪੰਜਾਬ 'ਚ ਕੁਛ ਨਹੀਂ ਰੱਖਿਆ, ਪੰਜਾਬ ਦੇ ਵਿੱਚ ਤਾਂ ਨਸ਼ੇ ਰਹਿ ਗਏ ਨੇ, ਪੰਜਾਬ ਦੇ ਵਿੱਚ ਤਾਂ ਕਤਲ ਗਾਰਦ ਰਹਿ ਗਈ ਆ, ਹੋਰ ਇੱਥੇ ਕੁਛ ਨਹੀਂ ਹੈ। ਸੋ ਕਿਰਪਾ ਕਰਕੇ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਜੋ ਖਬਰ ਮੇਨ ਹੈ ਉਹ ਇਹ ਹੈ ਕਿ ਕੁਲਦੀਪ ਬਾਜਵਾ ਤੇ ਹਮਲਾ ਕਰਨ ਵਾਲੇ ਜੋ ਗੈਂਗਸਟਰ ਸਨ ਜੋਰਾ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਜ਼ੀਰਕਪੁਰ ਦੇ ਵਿੱਚ ਉਹ ਕਿਸੇ ਹੋਟਲ ਦੇ ਵਿੱਚ ਰਹਿ ਰਿਹਾ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਇਸ ਪੂਰੀ ਖਬਰ ਦੇ ਲਈ ਅਸੀਂ ਵਧਾਂਗੇ ਬਲਦੀਪ ਜੀ ਵੱਲ। ਬਲਦੀਪ ਜੀ, ਗੈਂਗਸਟਰਵਾਦ ਲਗਾਤਾਰ ਵੱਧ ਰਿਹਾ ਹੈ, ਇਸ ਨੂੰ ਠੱਲ ਪਾਉਣ ਦੀਆਂ ਕੋਈ ਕੋਸ਼ਿਸ਼ਾਂ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ। ਬਿਲਕੁਲ, ਔਰ ਖਾਸ ਤੌਰ ਤੇ ਜਦੋਂ ਤੋਂ ਇਹ ਸਰਕਾਰ ਹੋਣ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਲਗਾਤਾਰ ਘਟਨਾਵਾਂ ਇਹੋ ਜਿਹੀਆਂ ਵਧੀਆਂ, ਇਜ਼ਾਫਾ ਹੀ ਹੋਇਆ ਆਪਾਂ ਕਹਿ ਲਈਏ ਕੇਸ ਦੇ ਵਿੱਚ। ਔਰ ਇਹ ਜਿਹੜਾ ਆਪਾਂ ਖਾਸ ਖਬਰ ਲਈ ਹੈ ਉਹ ਹੈ ਜ਼ੋਰਾ, ਜਿਹੜਾ ਕਿ ਕੱਲ ਫੜਿਆ ਗਿਆ। ਪੁਲਿਸ ਨੇ ਉਸ ਨੂੰ ਧਰ ਦਬੋਚਿਆ ਜ਼ੀਰਕਪੁਰ ਦੇ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ। ਇੱਕ ਨਾਮ ਬਦਲ ਕੇ ਉਹ ਸ਼ਖਸ ਜਿਹੜਾ ਯੁਵਰਾਜ ਹੈ ਨਾਮ ਉਹਦਾ, ਉਰਫ ਜ਼ੋਰਾ ਕਹਿੰਦੇ ਨੇ ਉਹਨੂੰ, ਉਹ ਨਾਮ ਬਦਲ ਕੇ ਰਹਿਮਾਨ ਮਲਿਕ ਜਿਹੜਾ ਉਹ ਨਾਮ ਦੇ ਉੱਪਰ ਉਸ ਹੋਟਲ ਦੇ ਵਿੱਚ 105 ਨੰਬਰ ਕਮਰੇ ਦੇ ਵਿੱਚ ਲੁਕਿਆ ਹੋਇਆ ਸੀ। ਹੁਣ ਇਹ ਸ਼ਖਸ ਕੌਣ ਹੈ? ਸ਼ਖਸ ਉਹ ਹੈ, ਇਹ 8 ਜਨਵਰੀ ਨੂੰ ਫਗਵਾੜਾ ਦੇ ਵਿੱਚ ਜਿਹੜੇ ਨੇ ਇਹ 4 ਜਣੇ ਹੁੰਦੇ ਨੇ ਜੀ। 8 ਜਨਵਰੀ ਨੂੰ ਫਗਵਾੜਾ ਦੇ ਵਿੱਚ ਇੱਕ ਜੋੜੇ ਕੋਲੋਂ ਕਰੇਟਾ ਗੱਡੀ ਖੋਹ ਕੇ ਉੱਥੋਂ ਭੱਜਦੇ ਨੇ। ਜਦੋਂ ਉੱਥੋਂ ਭੱਜਦੇ ਨੇ ਤਾਂ ਪੁਲਿਸ ਵੀ ਇਹਨਾਂ ਦੇ ਪਿੱਛੇ ਜਿਹੜੀ ਆ ਉਹ ਲੱਗ ਜਾਂਦੀ ਹੈ ਤੇ ਫਿਲੌਰ ਦੇ ਲਾਗੇ ਜਾ ਕੇ ਪੁਲਿਸ ਇਹਨਾਂ ਨੂੰ ਘੇਰਾ ਪਾ ਲੈਂਦੀ ਹੈ। ਉੱਥੇ ਜਦੋਂ ਗੱਡੀ ਦੇ ਵਿੱਚੋਂ, ਕਿਉਂਕਿ SHO ਦੀ ਗੱਡੀ ਦੇ ਵਿੱਚ SHO ਦਾ ਗਨਮੈਨ ਹੈ ਜਿਹੜਾ ਕੁਲਦੀਪ ਸਿੰਘ ਬਾਜਵਾ, ਨੌਜਵਾਨ ਮੁੰਡਾ, ਉਹ ਜਦੋਂ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ, ਪਹਿਲਾਂ ਉਹ ਗੱਡੀ ਚੋਂ ਬਾਹਰ ਨਿਕਲਦਾ, ਜਦੋਂ ਗੱਡੀ ਇਹਨਾਂ ਦੀ ਰੋਕ ਲਈ ਜਾਂਦੀ ਹੈ
ਤਾਂ ਇਹਨਾਂ ਦੇ ਵੱਲੋਂ ਪਹਿਲਾ ਫਾਇਰ ਉਹਦੇ ਉੱਪਰ ਕੀਤਾ ਜਾਂਦਾ ਹੈ, ਕੁਲਦੀਪ ਬਾਜਵੇ ਦੇ ਉੱਪਰ, ਔਰ ਉਹਦੇ ਲੱਤ ਦੇ ਵਿੱਚ ਗੋਲੀ ਵੱਜਦੀ ਹੈ ਤੇ ਬਲੱਡ ਵੈਸਲ ਜਿਹੜੀ ਹੁੰਦੀ ਹੈ, ਮੇਨ ਆਪਣੀ ਨਾੜੀ ਹੁੰਦੀ ਆ, ਉਹ ਫਟ ਜਾਂਦੀ ਹੈ ਤੇ ਖੂਨ ਕਾਫੀ ਜ਼ਿਆਦਾ ਵਹਿ ਜਾਂਦਾ ਤੇ ਉਸ ਦੀ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਉੱਥੇ ਆਪਾਂ ਜਿਹੜਾ ਇਹ ਪੂਰਾ ਮਾਮਲਾ ਘਟਨਾ ਹੋਈ ਉੱਥੇ 3 ਗੈਂਗਸਟਰਾਂ ਨੂੰ ਤਾਂ ਫੜ ਲਿਆ ਗਿਆ ਸੀਗਾ ਮੌਕੇ ਦੇ ਉੱਪਰ, ਪਰ ਇਹ ਯੁਵਰਾਜ ਜਿਹੜਾ ਜ਼ੋਰਾ ਸੀ ਇਹ ਫਰਾਰ ਸੀਗਾ। ਤਾਂ ਇਹ ਫਿਰ ਉੱਥੋਂ ਦੇਖੋ ਤੁਸੀਂ ਕਿ ਇਹਨੇ ਨਾਮ ਬਦਲ ਕੇ ਜ਼ੀਰਕਪੁਰ, ਚੰਡੀਗੜ੍ਹ ਦੇ ਬਿਲਕੁਲ ਨਾਲ ਜ਼ੀਰਕਪੁਰ ਹੈ, ਉੱਥੇ ਇਹਨੇ ਹੋਟਲ ਦੇ ਵਿੱਚ ਨਾਮ ਬਦਲ ਕੇ ਕਮਰਾ ਲਿਆ ਤੇ ਉੱਥੇ ਰਹਿਣ ਲੱਗਿਆ। ਪੁਲਿਸ ਨੂੰ ਫਿਰ ਇੰਟੈਲੀਜੈਂਸ ਨੂੰ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ EGTF, ਉਹਨਾਂ ਨੂੰ ਇਹ ਸੂਹ ਮਿਲੀ ਕਿ ਇਹ ਇੱਥੇ ਛਿਪਿਆ ਹੋਇਆ ਤੇ ਪੁਲਿਸ ਨੇ ਫਿਰ ਉੱਥੇ ਜਾ ਕੇ ਜਦੋਂ ਇਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋਟਲ ਦੇ ਵਿੱਚ, ਤਾਂ ਪਹਿਲਾਂ ਇਹਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ, ਪਰ ਇਹਨੇ ਸਰੈਂਡਰ ਨਹੀਂ ਕੀਤਾ। ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਉੱਪਰ, ਜਿਹਦੇ 'ਚ ਕਿ ਜਿਹੜੇ AIG ਸੀਗੇ ਗੋਇਲ, ਉਹਨਾਂ ਨੂੰ ਵੀ ਗੋਲੀ ਲੱਗੀ, ਪਰ ਉਹਨਾਂ ਨੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀਗੀ, ਤਾਂ ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਫਾਇਰ ਜ਼ਰੂਰ ਉਹਨਾਂ ਦੇ ਉੱਪਰ ਹੋਇਆ। ਇਸ ਦੇ ਨਾਲ ਹੀ ਇੱਕ ਗੈਂਗਸਟਰ ਦੇ ਉੱਪਰ ਵੀ ਫਾਇਰ ਕੀਤੇ ਪੁਲਿਸ ਨੇ, ਔਰ ਇਹਦੇ ਲੱਤਾਂ ਦੇ ਵਿੱਚ ਤੇ ਇੱਕ ਮੋਢੇ ਦੇ ਵਿੱਚ ਕਹਿੰਦੇ ਕਿ ਗੋਲੀ ਜਿਹੜੀ ਆ ਉਹ ਲੱਗੀ ਹੈਗੀ ਆ। ਔਰ ਉਸ ਤੋਂ ਬਾਅਦ 32 ਜਿਹੜਾ ਪਹਿਲਾਂ ਜ਼ੀਰਕਪੁਰ ਦੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਉਸ ਤੋਂ ਬਾਅਦ 32 ਦੇ ਹਸਪੀਟਲ, ਜਿਹੜਾ 32 ਦਾ ਸੈਕਟਰ ਚੰਡੀਗੜ੍ਹ ਦਾ ਹਸਪੀਟਲ ਆ, ਉੱਥੇ ਰੈਫਰ ਕੀਤਾ ਗਿਆ, ਔਰ ਫਿਲਹਾਲ ਇਹ ਉੱਥੇ ਹੀ ਹੈਗਾ, 32 ਸੈਕਟਰ ਦੇ ਵਿੱਚ ਹੈਗਾ। ਤਾਂ ਉਸ ਨੂੰ ਜਿਹੜਾ 3 ਪਹਿਲਾਂ ਕਾਬੂ ਕਰ ਲਏ ਸੀਗੇ, ਔਰ ਚੌਥਾ ਜਿਹੜਾ ਇਹ ਜ਼ੋਰਾ, ਇਸ ਨੂੰ ਕਾਬੂ ਕੀਤਾ ਗਿਆ ਹੈਗਾ। ਤਾਂ ਪਰ ਕਾਨੂੰਨ ਵਿਵਸਥਾ ਦੇ ਉੱਪਰ ਡੈਫੀਨੇਟਲੀ ਸਵਾਲ ਖੜੇ ਨੇ ਕਿ ਬਾਰ-ਬਾਰ ਲਗਾਤਾਰ ਅਗਰ ਅਜਿਹੀਆਂ ਘਟਨਾ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ, ਤਾਂ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਸੂਬੇ ਦੇ ਵਿੱਚ ਇਨਵੈਸਟਮੈਂਟ ਲਿਆਉਣੀ ਹੈਗੀ ਆ, ਪਰ ਅਗਰ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਾਂ ਫਿਰ ਇਨਵੈਸਟਮੈਂਟ ਕਿਹੜੇ ਹਿਸਾਬ ਨਾਲ ਆਏਗੀ। ਕੋਈ ਦੌਰ ਹੁੰਦਾ ਸੀ ਯੂਪੀ ਦੇ ਵਿੱਚ ਅਜਿਹੀਆਂ ਘਟਨਾਵਾਂ ਸੁਣਦੇ ਹੁੰਦੇ ਸੀਗੇ, ਪਰ ਹੁਣ ਪੰਜਾਬ 'ਚ ਵੀ ਸੁਣ ਰਹੇ ਆ। ਜੀ ਬਿਲਕੁਲ। ਤੇ ਬਲਦੀਪ ਜੀ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ ਜੀ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣਾ ਪੱਖ ਰੱਖਦੇ ਹੋ। ਬਹੁਤ ਚੰਗਾ ਲੱਗਦਾ ਹੈ ਕਿ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿੰਦੇ ਹੋ। ਬਹੁਤ ਸਾਰੇ ਐਸੇ ਵੀ ਦਰਸ਼ਕ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਵੇਖਣ ਕਨਿਓ ਰਹਿ ਜਾਂਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਫੇਸਬੁੱਕ ਤੇ YouTube ਦੇ ਜ਼ਰੀਏ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਵੇਖ ਸਕਦੇ ਹੋ, ਕਮੈਂਟ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਰੱਖ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ, ਮਿਲਾਂਗੇ ਆਪਾਂ ਕੱਲ ਕੁਝ ਹੋਰ ਪੱਕ ਦੇ ਮਸਲਿਆਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।